ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀਓ, ਅੱਜ ਤੁਹਾਡੇ ਸਨਮੁਖ ਹੋਇਆ ਇੱਕ ਕਿਤਾਬ ਬੰਦਗੀ ਲੈ ਕੇ। ਇਹ ਕਿਤਾਬ ਬਾਬਾ ਜਰਨੈਲ ਸਿੰਘ ਜੀ ਢਾਲੀਵਾਲ, ਪਿੰਡ ਜਲਵਾਣਾ, ਜ਼ਿਲ੍ਹਾ ਸੰਗਰੂਰ, ਉਹਨਾਂ ਦੇ ਸੁਪਤਨੀ ਮਾਤਾ ਪ੍ਰੀਤਮ ਕੌਰ ਜੀ ਢਾਲੀਵਾਲ, ਉਹਨਾਂ ਦਾ ਭਗਤੀ ਦਾ ਸਫ਼ਰ ਹੈ। ਪ੍ਰਭੂ ਪ੍ਰਾਪਤੀ ਦੇ ਬਿਖਮ ਤੇ ਸੂਖਮ ਮਾਰਗ ਤੇ ਸੰਸਾਰ ਵਿੱਚ ਰਹਿੰਦਿਆਂ ਉਹਨਾਂ ਨੇ ਚੱਲ ਕੇ ਪ੍ਰਭੂ ਪ੍ਰਾਪਤੀ ਦੇ ਅੰਤਮ ਲਕਸ਼ ਨੂੰ ਪ੍ਰਾਪਤ ਕੀਤਾ। ਉਹਨਾਂ ਦਾ ਇਹ ਸਮੁੱਚਾ ਭਗਤੀ ਮਾਰਗ ਦਾ ਹਾਲ ਵਰਣਨ ਸਰਦਾਰ ਗੁਰਮੇਲ ਸਿੰਘ ਜੀ ਢਾਲੀਵਾਲ, ਪਿੰਡ ਜਲਵਾਣਾ ਨੇ ਨੇੜੇ ਹੋ ਕੇ ਦੇਖਿਆ ਤੇ ਇਸ ਸਾਰੇ ਵਰਤਾਰੇ ਨੂੰ ਉਹਨਾਂ ਨੇ ਇੱਕ ਬੰਦਗੀ ਨਾਮ ਦੀ ਕਿਤਾਬ ਦੇ ਵਿੱਚ ਕਲਮਬੰਦ ਕੀਤਾ। ਤੇ ਮੈਨੂੰ ਹੁਕਮ ਹੋਇਆ ਬਾਬਾ ਜਰਨੈਲ ਸਿੰਘ ਜੀ ਢਾਲੀਵਾਲ ਦਾ ਕਿ ਤੁਸੀਂ ਇਸ ਕਿਤਾਬ ਦੀ ਆਡੀਓ ਬੁੱਕ ਬਣਾਓ ਤਾਂ ਜੋ ਵੱਧ ਤੋਂ ਵੱਧ ਸੰਗਤਾਂ ਤੱਕ ਇਹ ਸੰਦੇਸ਼ ਉਹਨਾਂ ਦਾ ਭਗਤੀ ਦੇ ਸਫ਼ਰ ਦਾ ਪਹੁੰਚਾਇਆ ਜਾ ਸਕੇ। ਸੰਗਤ ਜੀਓ, ਦਾਸ ਜਸਵੰਤ ਸਿੰਘ ਢਾਲੀਵਾਲ ਇਸ ਕਿਤਾਬ ਨੂੰ, ਬਾਬਾ ਜੀ ਦੀ ਕਿਤਾਬ ਜੋ ਬੰਦਗੀ ਹੈ, ਬੰਦਗੀ ਦਾ ਸਫ਼ਰ ਹੈ, ਉਹਨੂੰ ਪੜ੍ਹ ਕੇ ਆਡੀਓ ਬੁੱਕ ਬਣਾਉਣ ਲਈ ਤੁਹਾਡੇ ਸਨਮੁਖ ਹਾਜ਼ਰ ਹੈ ਤੇ ਸ਼ੁਰੂ ਕਰਨ ਲੱਗਿਆ। ਭਾਈ ਸਾਹਿਬ ਭਾਈ ਜਰਨੈਲ ਸਿੰਘ ਜੀ ਅਤੇ ਬੀਬੀ ਪ੍ਰੀਤਮ ਕੌਰ ਜੀ ਢਾਲੀਵਾਲ, ਪਿੰਡ ਜਲਵਾਣਾ, ਹਾਲ ਆਬਾਦ, ਸਰੀ, BC, ਕੈਨੇਡਾ ਦਾ ਬੰਦਗੀ ਸਫ਼ਰ। ਭਾਈ ਜਰਨੈਲ ਸਿੰਘ ਜੀ ਦਾ ਜਨਮ ਪਿਤਾ ਸਰਦਾਰ ਹਰਨਾਮ ਸਿੰਘ ਜੀ ਅਤੇ ਮਾਤਾ ਗੁਰਦੇਵ ਕੌਰ ਜੀ ਦੇ ਘਰ 12/7/1944 ਵਿੱਚ ਪਿੰਡ ਜਲਵਾਣਾ, ਜ਼ਿਲ੍ਹਾ ਸੰਗਰੂਰ ਵਿਖੇ ਹੋਇਆ। ਆਪ ਜੀ ਦੇ ਮਾਤਾ ਜੀ ਬਹੁਤ ਹੀ ਨਿਰਮਲ ਆਤਮਾ, ਸੁੰਦਰ ਅਤੇ ਸਹਿਜ ਸੁਭਾਅ ਵਾਲੇ ਸਨ। ਆਪ ਜੀ ਨੇ 1962 ਵਿੱਚ ਗੌਰਮੈਂਟ ਹਾਈ ਸਕੂਲ ਲੋਟਵੱਦੀ ਤੋਂ 10ਵੀਂ ਪਾਸ ਕੀਤੀ। ਮਿਤੀ 3/1/1963 ਨੂੰ ਆਪ ਜੀ ਹਵਾਈ ਫੌਜ ਵਿੱਚ ਭਰਤੀ ਹੋ ਗਏ। ਆਪ ਜੀ ਦੀ ਸ਼ਾਦੀ 2/7/1965 ਨੂੰ ਬੀਬੀ ਪ੍ਰੀਤਮ ਕੌਰ ਜੀ ਨਾਲ ਪਿੰਡ ਬੱਲੋਵਾਲ, ਜ਼ਿਲ੍ਹਾ ਲੁਧਿਆਣਾ ਨਾਲ ਹੋਈ। ਆਪ ਜੀ ਦੇ 3 ਬੱਚੇ, 2 ਲੜਕੇ ਅਤੇ 1 ਲੜਕੀ ਹੋਈ। ਆਪ ਜੀ 6/12/1969 ਵਿੱਚ ਫੌਜ ਦੀ ਨੌਕਰੀ ਛੱਡ ਕੇ ਕੈਨੇਡਾ ਚਲੇ ਗਏ। ਕੈਨੇਡਾ ਵਿੱਚ BC ਸੂਬੇ ਦੇ ਕਿਟੀਮੈਟ ਸ਼ਹਿਰ ਵਿੱਚ ਐਲਕਨ ਐਲੂਮੀਨੀਅਮ ਵਿੱਚ 6 ਅਪ੍ਰੈਲ 1970 ਤੋਂ 31 ਅਗਸਤ 1975 ਤੱਕ ਬਾਬਾ ਜੀ ਨੇ ਕੰਮ ਕੀਤਾ। ਇਹ ਕੰਮ ਬਹੁਤ ਔਖਾ ਸੀ ਅਤੇ ਸਿਹਤ ਲਈ ਬਹੁਤ ਹੀ ਹਾਨੀਕਾਰਕ ਸੀ। ਭਾਈ ਸਾਹਿਬ ਬਿਮਾਰ ਰਹਿਣ ਲੱਗ ਪਏ। ਡਾਕਟਰ ਨੇ ਸਲਾਹ ਦਿੱਤੀ ਡਾਕਟਰ ਨੇ ਸਲਾਹ ਦਿੱਤੀ ਕਿ ਜੇ ਤੂੰ ਜਿਉਣਾ ਚਾਹੁੰਦਾ ਹੈ ਤਾਂ ਇਹ ਕੰਮ ਛੱਡ ਦੇ। ਕੰਮ ਕਰਨ ਦੇ ਨਾਲ ਨਾਲ ਆਪ ਜੀ ਨੇ ਵੈਲਡਿੰਗ ਦਾ ਕੋਰਸ ਕਰ ਲਿਆ, ਜਿਸ ਕਰਕੇ ਆਪ ਜੀ ਨੂੰ ਰੇਲ ਵੈਸਟ ਵਿੱਚ ਸਕੂਐਮਸ BC ਵਿਖੇ ਵੈਲਡਰ ਦੀ ਨੌਕਰੀ ਮਿਲ ਗਈ। ਇੱਥੇ 8 ਸਤੰਬਰ 1975 ਤੋਂ 24 ਅਗਸਤ 1977 ਤੱਕ ਕੰਮ ਕੀਤਾ। ਸਤੰਬਰ 1977 ਤੋਂ ਸਤੰਬਰ 1978 ਤੱਕ ਹੈਵੀ ਡਿਊਟੀ ਆਈਸ ਬ੍ਰੇਕਰ ਅਤੇ ਪੇਪਰ ਮਿਲ ਵਿੱਚ ਕੰਮ ਕੀਤਾ। 11 ਅਕਤੂਬਰ 1978 ਨੂੰ BC ਰੇਲ ਵਿੱਚ ਵੈਲਡਰ ਦੀ ਨੌਕਰੀ ਤੇ ਹਾਜ਼ਰ ਹੋ ਗਏ। ਉੱਥੇ ਹੀ ਘਰ ਲੈ ਕੇ ਰਹਿਣਾ ਸ਼ੁਰੂ ਕਰ ਦਿੱਤਾ। ਉਸ ਸਮੇਂ ਤੱਕ ਰੱਬ ਵੱਲ ਕੋਈ ਧਿਆਨ ਨਹੀਂ ਸੀ। ਕੰਮ ਤੋਂ ਆ ਕੇ ਰੱਜ ਕੇ ਸ਼ਰਾਬ ਪੀ ਕੇ ਸੌਂਦੇ ਸਨ। ਅਗਸਤ 1979 ਵਿੱਚ ਸੂਰ ਦਾ ਮਾਸ ਖਾਣ ਨੂੰ ਜੀ ਕੀਤਾ। ਜਦੋਂ ਕੱਟਣ ਲੱਗੇ ਉਸ ਤੋਂ ਅੰਦਰੋਂ ਨਫ਼ਰਤ ਪੈਦਾ ਹੋ ਗਈ। ਮੀਟ ਬਣਾ ਕੇ ਖਾਧਾ ਪਰ ਜੀ ਨਹੀਂ ਸੀ ਕਰਦਾ। ਕੰਮ ਤੇ ਚਲੇ ਗਏ। 4 ਘੰਟੇ ਮਨ ਦੇ ਵਿੱਚ ਕਲਪਨਾ ਚੱਲਦੀ ਰਹੀ। ਫਿਰ ਇੱਕ ਆਵਾਜ਼ ਆਈ, ਕਿਉਂ ਕਲਪ ਰਹੇ, ਛੱਡ ਦੇ। ਕਹਿੰਦੇ ਫਿਰ ਮੈਂ ਹਮੇਸ਼ਾ ਲਈ ਮੀਟ ਛੱਡ ਦਿੱਤਾ। ਸਵੇਰੇ ਨਾਸ਼ਤਾ ਕਰਨ ਲਈ ਆਮਲੇਟ ਬਣਾਇਆ, ਮੈਂ ਉਹ ਵੀ ਨਹੀਂ ਖਾਧਾ ਅਤੇ ਸਿੰਗੜੀ ਨੂੰ ਕਹਿ ਦਿੱਤਾ, ਹੁਣ ਮੇਰੇ ਲਈ ਮੀਟ ਜਾਂ ਆਮਲੇਟ ਨਾ ਬਣਾਈ, ਮੈਂ ਨਹੀਂ ਖਾਇਆ ਕਰਨਾ। ਸਤੰਬਰ 1979 ਦੀ ਇੱਕ ਰਾਤ ਨੂੰ ਰੱਜ ਕੇ ਸ਼ਰਾਬ ਪੀ ਕੇ ਲਿਵਿੰਗ ਰੂਮ ਵਿੱਚ ਕਾਰਪੇਟ ਤੇ ਹੀ ਸੌਂ ਗਏ। ਸੁੱਤੇ ਪਏ ਸਾਂ ਕਿ ਗੁਰੂ ਨਾਨਕ ਸਾਹਿਬ ਜੀ ਕਮਰੇ ਵਿੱਚ ਲੱਗੀ ਤਸਵੀਰ ਵਿੱਚੋਂ ਨਿਕਲ ਕੇ ਕਹਿਣ ਲੱਗੇ, ਹੁਣ ਇਹ ਕੰਮ ਛੱਡ ਦੇ, ਆਪਾਂ ਹੋਰ ਕੰਮ ਕਰਨਾ ਹੈ। ਸ਼ਰਾਬ 31/12/1979 ਨੂੰ ਛੱਡ ਦਿੱਤੀ, ਜਿਸ ਦਾ ਸੰਕਲਪ ਮੀਟ ਛੱਡਣ ਵੇਲੇ ਹੀ ਕਰ ਲਿਆ ਸੀ। ਗੁਰਦੁਆਰਾ ਸਾਹਿਬ ਬਣਾਉਣਾ। BC ਰੇਲ ਵਿੱਚ ਜੋ ਸਿੰਘ ਕੰਮ ਕਰਦੇ ਸਨ, ਉਹ ਗੁਰਦੁਆਰਾ ਸਾਹਿਬ ਬਣਾਉਣ ਦੀਆਂ ਗੱਲਾਂ ਕਰਦੇ ਹੁੰਦੇ ਸੀ।
ਉਹਨਾਂ ਨੇ ਇੱਕ ਛੋਟੀ ਕਮੇਟੀ ਵੀ ਬਣਾਈ ਹੋਈ ਸੀ। ਉਹਨਾਂ ਨੇ ਸਿਟੀ ਨਾਲ ਗੱਲਬਾਤ ਵੀ ਕੀਤੀ ਸੀ ਕਿ ਸਾਨੂੰ ਗੁਰਦੁਆਰਾ ਸਾਹਿਬ ਬਣਾਉਣ ਲਈ ਕੋਈ ਜਗ੍ਹਾ ਦੇ ਦੇਵੋ। ਅਜੇ ਕੋਈ ਗੱਲ ਸਿਰੇ ਨਹੀਂ ਲੱਗੀ ਸੀ ਕਿ ਕਮੇਟੀ ਵਿੱਚ ਫੁੱਟ ਪੈ ਗਈ। ਸਾਰਾ ਕੰਮ ਉੱਥੇ ਹੀ ਰੁਕ ਗਿਆ। ਇੱਕ ਦਿਨ ਜਦੋਂ ਉਹ ਗੱਲਾਂ ਕਰਦੇ ਸਨ ਤਾਂ ਮੈਂ ਸੁਣ ਕੇ ਕਿਹਾ, ਇਹ ਕਿਹੜਾ ਕੰਮ ਹੈ, ਮੈਨੂੰ ਕਾਗਜ਼ ਦੇ ਦਿਓ। ਤੇ ਉਹਨਾਂ ਨੇ ਕਾਗਜ਼ ਮੈਨੂੰ ਦੇ ਦਿੱਤੇ, ਕਿਉਂਕਿ ਮੈਨੂੰ ਗੁਰੂ ਨਾਨਕ ਸਾਹਿਬ ਜੀ ਵੱਲੋਂ ਸੁਨੇਹਾ ਸੀ ਕਿ ਗੁਰਦੁਆਰਾ ਸਾਹਿਬ ਬਣਾਉਣਾ ਹੈ। ਉਹਨਾਂ ਕਿਹਾ ਕਿ ਕਮੇਟੀ ਬਣਾ ਲੈ, ਪਰ ਤੂੰ ਆਪ ਅਹੁਦੇਦਾਰ ਨਹੀਂ ਬਣਨਾ, ਸਿਰਫ ਮੈਂਬਰ ਹੀ ਰਹਿਣਾ ਹੈ। ਪੁਰਾਣੀ ਕਮੇਟੀ ਨੂੰ ਨਾਲ ਲੈ ਕੇ ਅਸੀਂ ਘਰੋਂ ਘਰ ਗਏ। ਉਸ ਸਮੇਂ ਸਕੁਐਮਸ ਵਿੱਚ 107 ਸਿੱਖ ਪਰਿਵਾਰ ਰਹਿੰਦੇ ਸਨ। ਅਸੀਂ ਸਾਰਿਆਂ ਦੇ ਘਰ ਗਏ, ਉਹਨਾਂ ਤੋਂ ਸਹਿਮਤੀ ਲਈ, ਦਸਤਖਤ ਕਰਵਾਏ। 4 ਪਰਿਵਾਰਾਂ ਨੇ ਜਵਾਬ ਦਿੱਤਾ ਤੇ ਦਸਤਖਤ ਵੀ ਨਹੀਂ ਕੀਤੇ। ਫਿਰ ਸਾਰੇ ਪਰਿਵਾਰਾਂ ਦੀ ਇੱਕ ਹਾਲ ਵਿੱਚ ਮੀਟਿੰਗ ਸੱਦੀ। ਪੁਰਾਣੀ ਕਮੇਟੀ ਨੂੰ ਵੀ ਸੱਦਿਆ ਗਿਆ। ਪਹਿਲਾਂ ਪੁਰਾਣੀ ਕਮੇਟੀ ਨੇ ਅਸਤੀਫਾ ਦੇ ਦਿੱਤਾ। ਪੁਰਾਣੇ ਪ੍ਰਧਾਨ ਨੇ ਨਵੀਂ ਕਮੇਟੀ ਚੁਣਨ ਲਈ ਬੇਨਤੀ ਕੀਤੀ। ਫਿਰ 7 ਮੈਂਬਰੀ ਕਮੇਟੀ ਦੀ ਚੋਣ ਕੀਤੀ। ਮੈਨੂੰ ਵਾਈਸ ਪ੍ਰਧਾਨ ਦੀ ਸੇਵਾ ਲਈ ਕਿਹਾ ਗਿਆ, ਪਰ ਮੈਂ ਜਵਾਬ ਦੇ ਦਿੱਤਾ ਕਿ ਮੈਂ ਕੋਈ ਅਹੁਦਾ ਨਹੀਂ ਲੈਣਾ। ਫਿਰ ਮੈਨੂੰ ਮੈਂਬਰ ਬਣਾ ਲਿਆ। ਕਮੇਟੀ ਬਣਾਉਣ ਉਪਰੰਤ ਵਿਧਾਨ ਬਣਾਇਆ ਗਿਆ ਅਤੇ ਸਕੁਐਮਸ ਸਿੱਖ ਸੁਸਾਇਟੀ ਦੇ ਨਾਂ ਤੇ ਸੁਸਾਇਟੀ ਰਜਿਸਟਰ ਕਰਵਾ ਲਈ ਗਈ। ਅਸੀਂ ਜਗ੍ਹਾ ਦੇਖਣੀ ਸ਼ੁਰੂ ਕੀਤੀ। ਫਿਰ ਇੱਕ ਜਗ੍ਹਾ ਪਸੰਦ ਆਈ ਜਿਸ ਦਾ ਮਾਲਕ ਕੈਮਲੂਪਸ ਰਹਿੰਦਾ ਸੀ। ਉਸ ਕੋਲ ਕੈਮਲੂਪਸ ਗਏ ਅਤੇ $55,000 ਵਿੱਚ ਸੌਦਾ ਕਰ ਲਿਆ। ਫਿਰ $500 ਹਰ ਇੱਕ ਪਰਿਵਾਰ ਤੋਂ ਫੰਡ ਇਕੱਠਾ ਕੀਤਾ, ਜੋ ਕੁੱਲ $48,000 ਇਕੱਠਾ ਹੋਇਆ। ਅਸੀਂ $7,000 ਕਰਜ਼ਾ ਲੈ ਲਿਆ। ਸਾਰਿਆਂ ਵਿੱਚ ਗੁਰਦੁਆਰਾ ਸਾਹਿਬ ਬਣਾਉਣ ਲਈ ਬਹੁਤ ਉਤਸ਼ਾਹ ਸੀ। ਨਕਸ਼ਾ ਨਵੀਸ ਤੋਂ ਨਕਸ਼ਾ ਬਣਵਾ ਕੇ 1980 ਵਿੱਚ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਕੰਮ ਸ਼ੁਰੂ ਕਰ ਦਿੱਤਾ। ਫਿਰ ਅਸੀਂ ਹੋਰ ਸ਼ਹਿਰਾਂ ਵਿੱਚ ਜਾ ਕੇ ਗੁਰਦੁਆਰਾ ਸਾਹਿਬ ਲਈ ਪੈਸੇ ਇਕੱਠੇ ਕੀਤੇ। ਬਾਹਰਲੇ ਸ਼ਹਿਰਾਂ ਤੋਂ ਅਸੀਂ ਕੁੱਲ $66,000 ਇਕੱਠਾ ਕੀਤਾ। 2 ਸਾਲਾਂ ਵਿੱਚ, ਭਾਵ 1982 ਵਿੱਚ ਗੁਰਦੁਆਰਾ ਸਾਹਿਬ ਦੀ ਇਮਾਰਤ ਤਿਆਰ ਹੋ ਗਈ। ਕੁਝ ਕਾਰਨਾਂ ਕਰਕੇ ਮੈਂ ਕਮੇਟੀ ਵਿੱਚ ਨਹੀਂ ਸੀ ਰਹਿਣਾ ਚਾਹੁੰਦਾ। ਇੱਕ ਦਿਨ ਮੈਂ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕੀਤੀ, ਮਹਾਰਾਜ ਮੈਨੂੰ ਕੋਈ ਹੋਰ ਸੇਵਾ ਦੇ ਦੇਵੋ, ਮੈਨੂੰ ਇੱਥੋਂ ਕੱਢ ਲਵੋ। ਮਹਾਰਾਜ ਜੀ ਨੇ ਹੁਕਮ ਕੀਤਾ ਕਿ ਅਜੇ 3 ਮਹੀਨੇ ਹੋਰ ਰਹਿ। ਉਸ ਤੋਂ ਕੁਝ ਸਮਾਂ ਬਾਅਦ ਵਿੱਚ ਕਮੇਟੀ ਦੀ ਦੁਬਾਰਾ ਚੋਣ ਹੋਣੀ ਸੀ। ਜਦੋਂ ਕਮੇਟੀ ਚੋਣ ਲਈ ਮੀਟਿੰਗ ਹੋਈ ਤਾਂ ਉਸ ਮੀਟਿੰਗ ਵਿੱਚ ਮੈਂ ਨਹੀਂ ਗਿਆ, ਕਿਉਂਕਿ ਕਮੇਟੀ ਵਿੱਚ ਮੈਂ ਰਹਿਣਾ ਨਹੀਂ ਚਾਹੁੰਦਾ ਸੀ। ਉਹਨਾਂ ਨੇ ਮੇਰੀ ਥਾਂ ਤੇ ਹੋਰ ਕੋਈ ਬੰਦਾ ਚੁਣ ਲਿਆ। ਅੰਮ੍ਰਿਤ ਦੀ ਬਖਸ਼ਿਸ਼। ਮੇਰੇ ਦੋਸਤ ਭਾਈ ਸਿਕੰਦਰ ਸਿੰਘ ਜੀ ਦੇ ਘਰ ਸੰਤ ਸਾਧੂ ਸਿੰਘ ਜੀ ਕਲੇਰਾਂ ਵਾਲੇ, ਜੋ ਕਿ ਗੁਰਦੁਆਰਾ ਸਾਹਿਬ ਰੌਸ ਸਟਰੀਟ ਵੈਨਕੂਵਰ ਆਏ ਹੋਏ ਸਨ, ਉਹਨਾਂ ਨੂੰ ਪ੍ਰਸ਼ਾਦੇ ਲਈ ਸੱਦਿਆ ਗਿਆ। ਭਾਈ ਸਿਕੰਦਰ ਸਿੰਘ ਦੀ ਕਾਰ ਖਰਾਬ ਹੋ ਗਈ। ਉਹਨਾਂ ਨੇ ਮੈਨੂੰ ਨਾਲ ਲੈ ਲਿਆ। ਅਸੀਂ ਵੈਨਕੂਵਰ ਚਲੇ ਗਏ। ਉੱਥੇ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਸੀ। ਕੀਰਤਨ ਦੀ ਸਮਾਪਤੀ ਉਪਰੰਤ ਕਮਰੇ ਵਿੱਚ ਚਲੇ ਗਏ। ਸੰਤ ਜੀ ਕਹਿੰਦੇ ਇਸ਼ਨਾਨ ਕਰਕੇ ਚੱਲਦੇ ਹਾਂ। ਅਸੀਂ ਬਾਹਰ ਆ ਗਏ। ਭਾਈ ਸਿਕੰਦਰ ਸਿੰਘ ਜੀ ਆਪਣੇ ਰਿਸ਼ਤੇਦਾਰ ਕੋਲੋਂ ਕਾਰ ਲੈਣ ਚਲੇ ਗਏ। ਮੈਂ ਬਾਹਰ ਖੜਾ ਰਿਹਾ। ਭਾਈ ਸਿਕੰਦਰ ਸਿੰਘ ਜੀ ਕਾਫੀ ਦੇਰ ਨਾ ਮੁੜਿਆ। ਸੰਤ ਜੀ ਬਾਹਰ ਆ ਗਏ। ਮੈਂ ਕਾਰ ਦੀ ਸੀਟ ਉੱਪਰ ਕੱਪੜਾ ਵਿਛਾ ਦਿੱਤਾ ਅਤੇ ਕਾਰ ਲਿਆ ਕੇ ਸੰਤਾਂ ਦੇ ਸਾਹਮਣੇ ਖੜੀ ਕਰ ਦਿੱਤੀ। ਤਾਕੀ ਖੋਲ ਦਿੱਤੀ। ਸੰਤਾਂ ਨੇ ਕਾਰ ਕੋਲ ਆ ਕੇ ਮੇਰੇ ਵੱਲ ਵੇਖਿਆ ਅਤੇ ਕਿਹਾ, ਭਾਈ ਤੂੰ ਕਿੱਧਰ? ਮੈਂ ਕਿਹਾ, ਜੀ ਜਿੱਧਰ ਬਾਬਾ ਜੀ ਲਈ ਫਿਰਦੇ ਆ। ਸੰਤ ਜੀ ਕਹਿਣ ਲੱਗੇ, ਭਾਈ ਪੂਰਬਲੇ ਕਰਮ ਨੇ। ਇਹ ਕਹਿ ਕੇ ਮੇਰੀ ਕਾਰ ਵਿੱਚ ਬੈਠ ਗਏ ਅਤੇ ਬੇਹੰਗਮ ਪਿੱਛੇ ਬੈਠ ਗਏ। ਜਦੋਂ ਨੂੰ ਭਾਈ ਸਿਕੰਦਰ ਸਿੰਘ ਵੀ ਕਾਰ ਲੈ ਕੇ ਆ ਗਿਆ। ਬਾਕੀ ਬੇਹੰਗਮ ਉਸ ਦੀ ਕਾਰ ਵਿੱਚ ਬੈਠ ਗਏ। ਅਸੀਂ ਸਕੁਐਮਸ ਲਈ ਚੱਲ ਪਏ। ਰਸਤੇ ਵਿੱਚ, ਜੋ ਕਿ 2 ਘੰਟੇ ਦਾ ਸਫ਼ਰ ਸੀ, ਕੋਈ ਗੱਲਬਾਤ ਨਹੀਂ ਹੋਈ। ਬਾਬਾ ਜੀ ਮਾਲਾ ਫੇਰਦੇ ਰਹੇ, ਮੈਂ ਕਾਰ ਚਲਾਉਂਦਾ ਰਿਹਾ। ਭਾਈ ਸਿਕੰਦਰ ਸਿੰਘ ਦੇ ਘਰ ਅੱਗੇ ਕਾਰ ਖੜੀ ਕਰ ਦਿੱਤੀ। ਉੱਤਰ ਕੇ ਤਾਕੀ ਖੋਲ ਦਿੱਤੀ। ਬਾਬਾ ਜੀ ਕਾਰ ਵਿੱਚੋਂ ਉੱਤਰ ਕੇ ਕਹਿਣ ਲੱਗੇ, ਭਾਈ ਤੂੰ ਆਪਣੇ ਘਰ ਨਹੀਂ ਲੈ ਕੇ ਜਾਣਾ? ਮੈਂ ਬਾਬਾ ਜੀ ਨੂੰ ਬੇਨਤੀ ਕੀਤੀ, ਜੀ ਇੱਥੇ ਸੰਗਤਾਂ ਨੂੰ ਦਰਸ਼ਨ ਬਖਸ਼ੋ, ਫਿਰ ਸਾਡੇ ਘਰ ਵੀ ਚਰਨ ਪਾ ਦਿਓ। ਸੰਤ ਜੀ ਕਾਰ ਵਿੱਚੋਂ ਉੱਤਰ ਕੇ ਅੰਦਰ ਚਲੇ ਗਏ ਅਤੇ ਮੈਂ ਘਰ ਨੂੰ ਆ ਗਿਆ। ਸਾਨੂੰ ਬਿਲਕੁਲ ਪਤਾ ਨਹੀਂ ਸੀ ਕਿ ਕੀ ਕਰਨਾ ਹੈ, ਕਿੱਦਾਂ ਕਰਨਾ ਹੈ। ਅਸੀਂ ਭਾਈ ਸਿਕੰਦਰ ਸਿੰਘ ਜੀ ਦੇ ਘਰ ਵਾਲੀ ਤੋਂ ਪੁੱਛਿਆ ਵੀ ਬਾਬਾ ਜੀ ਦੀ ਸੇਵਾ ਕਿੱਦਾਂ ਕਰੀਦੀ ਹੈ। ਉਹਨਾਂ ਨੇ ਸਾਨੂੰ ਦੱਸਿਆ
ਕਿ ਦੁੱਧ ਅਤੇ ਬਦਾਮ ਲੈ ਜਾਓ, ਬਾਬਾ ਜੀ ਨੂੰ ਛਕਾ ਦਿਓ। ਅਸੀਂ ਸਟੋਰ ਤੋਂ ਦੁੱਧ ਅਤੇ ਬਦਾਮ ਲੈ ਆਏ। ਘਰ ਆ ਕੇ ਚਾਦਰਾਂ ਵਿਛਾ ਕੇ ਹੋਰ ਤਿਆਰੀ ਕਰ ਲਈ। ਬਾਬਾ ਜੀ ਅਤੇ ਸੰਗਤਾਂ ਜੋ ਵੈਨਕੂਵਰ ਤੋਂ ਆਈਆਂ ਸਨ ਨੂੰ ਦੁੱਧ ਛਕਾਇਆ। ਸਾਨੂੰ ਬਿਲਕੁਲ ਪਤਾ ਨਹੀਂ ਸੀ ਕਿ ਸਾਧੂ ਦੀ ਸੇਵਾ ਕਿਸ ਤਰ੍ਹਾਂ ਕਰੀਦੀ ਹੈ। ਸੰਤ ਜੀ ਵੈਨਕੂਵਰ ਦੀ ਸੰਗਤ ਨਾਲ ਬੈਠ ਗਏ, ਬਹਿੰਗਮ ਮੇਰੇ ਨਾਲ ਬੈਠ ਗਏ। ਜਦੋਂ ਨਾਰਥ ਵੈਨਕੂਵਰ ਆਏ ਤਾਂ ਮੇਰੇ ਅੰਦਰ ਫੁਰਨਾ ਆਇਆ ਕਿ ਸੰਤ ਜੀ ਆਏ ਮੇਰੇ ਨਾਲ ਸਨ, ਚਲੇ ਕਿਸੇ ਹੋਰ ਨਾਲ ਗਏ। ਫੁਰਨਾ ਬਣਿਆ ਹੀ ਸੀ ਕਿ ਸੰਤਾਂ ਵਾਲੀ ਕਾਰ ਖਰਾਬ ਹੋ ਗਈ। ਸੰਤ ਜੀ ਫਿਰ ਮੇਰੀ ਕਾਰ ਵਿੱਚ ਬੈਠ ਗਏ। ਅਸੀਂ ਰੌਸ ਸਟਰੀਟ ਗੁਰਦੁਆਰਾ ਸਾਹਿਬ ਪਹੁੰਚ ਗਏ। ਸੰਤ ਜੀ ਜਦੋਂ ਅੰਦਰ ਜਾਣ ਲੱਗੇ ਤਾਂ ਸਿੰਘ ਨੂੰ ਕਹਿ ਗਏ ਕਿ ਡਰਾਈਵਰ ਨੂੰ ਜਾਣ ਨਾ ਦਿਓ, ਇਸ ਨੂੰ ਕਮਰੇ ਵਿੱਚ ਲੈ ਚੱਲੋ, ਅਸੀਂ ਕਿਰਿਆ ਸੋਧ ਕੇ ਆਉਂਦੇ ਹਾਂ। ਫਿਰ ਉਹਨਾਂ ਨੇ ਮੈਨੂੰ 5 ਸੇਬਾਂ ਦਾ ਪ੍ਰਸ਼ਾਦ ਦਿੱਤਾ ਅਤੇ ਕਿਹਾ ਇਹ ਘਰ ਜਾ ਕੇ ਛਕ ਲੈਣਾ। ਅਸੀਂ ਖੁਸ਼ੀਆਂ ਲੈ ਕੇ ਘਰ ਵਾਪਸ ਆ ਗਏ। ਅਸੀਂ ਸਾਰੇ ਪਰਿਵਾਰ ਦੇ 5 ਜੀਆਂ ਨੇ ਪ੍ਰਸ਼ਾਦ ਵਿੱਚ ਮਿਲਿਆ ਇੱਕ ਸੇਬ ਛਕ ਲਿਆ। ਫਿਰ ਇੱਕ ਮਾਈ ਸਾਡੇ ਘਰ ਆਈ ਤੇ ਕਹਿਣ ਲੱਗੀ, ਤੁਹਾਡੇ ਘਰ ਸੰਤ ਜੀ ਆਏ ਸੀ, ਤੁਸੀਂ ਉਹਨਾਂ ਨੂੰ ਕੋਈ ਭੇਟਾ ਦਿੱਤੀ? ਅਸੀਂ ਕਿਹਾ ਸਾਨੂੰ ਨਹੀਂ ਪਤਾ, ਅਸੀਂ ਕੋਈ ਭੇਟਾ ਨਹੀਂ ਦਿੱਤੀ, ਸਾਨੂੰ ਇਸ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਹੈ। ਉਹ ਕਹਿਣ ਲੱਗੇ, ਤੁਹਾਨੂੰ ਮਾਇਆ ਜਾਂ ਵਸਤਰ ਵਗੈਰਾ, ਕੋਈ ਕੰਬਲ ਵਗੈਰਾ ਬਾਬਾ ਜੀ ਨੂੰ ਭੇਟ ਕਰਨਾ ਚਾਹੀਦਾ ਸੀ। ਅਸੀਂ ਸਾਰਾ ਪਰਿਵਾਰ ਕੰਬਲ ਖਰੀਦ ਕੇ ਸੰਤਾਂ ਪਾਸ ਵੈਨਕੂਵਰ ਚਲੇ ਗਏ। ਕੰਬਲ ਬਾਬਾ ਜੀ ਨੂੰ ਭੇਟ ਕੀਤੇ। ਸੰਤਾਂ ਨੇ ਸਾਨੂੰ ਪ੍ਰਸ਼ਾਦ ਦਿੱਤਾ। ਅਸੀਂ ਵਾਪਸ ਘਰ ਆ ਗਏ। ਇੱਕ ਦਿਨ ਫਿਰ ਸਾਡਾ ਦਰਸ਼ਨ ਕਰਨ ਨੂੰ ਜੀ ਕੀਤਾ। ਅਸੀਂ ਦਰਸ਼ਨ ਕਰਨ ਲਈ ਵੈਨਕੂਵਰ ਪਹੁੰਚ ਗਏ। ਉਹਨਾਂ ਨੇ ਹੁਕਮ ਕੀਤਾ, 19 ਮਈ ਨੂੰ ਅੰਮ੍ਰਿਤ ਸੰਚਾਰ ਹੋਣਾ ਹੈ ਅਤੇ ਤੁਸੀਂ ਅੰਮ੍ਰਿਤ ਛਕ ਲਵੋ। ਅਸੀਂ 7 ਵਚਨ ਕੀਤਾ ਅਤੇ ਵਾਪਸ ਘਰ ਪਹੁੰਚ ਗਏ। ਅਸੀਂ 19 ਮਈ 1980 ਨੂੰ ਵੈਨਕੂਵਰ ਜਾ ਕੇ ਅੰਮ੍ਰਿਤ ਛਕ ਲਿਆ ਤੇ ਗੁਰੂ ਵਾਲੇ ਬਣ ਗਏ। ਜਨਵਰੀ 1980 ਨੂੰ ਮੈਂ ਇੱਕ ਦਿਨ ਭਾਈ ਨਰਿੰਜਨ ਸਿੰਘ ਸੰਧੂ ਦੇ ਘਰ ਗਿਆ। ਬੱਚਿਆਂ ਨੂੰ ਪੜ੍ਹਾਉਣ ਲਈ ਉਸਦੀ ਬੀਵੀ ਅਤੇ ਬੱਚੇ ਭਾਰਤ ਚਲੇ ਗਏ ਸਨ। ਉਸਨੇ ਮੈਨੂੰ ਕਿਹਾ, ਮੇਰੇ ਪਾਸ ਇੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਛੋਟਾ ਸਰੂਪ ਹੈ ਅਤੇ ਬਾਕੀ ਸਾਰਾ ਸਮਾਨ ਹੈ, ਤੁਸੀਂ ਇਹ ਲੈ ਲਵੋ। ਪਰੰਤੂ ਮੈਂ ਜਵਾਬ ਦੇ ਦਿੱਤਾ। ਬਾਰ-ਬਾਰ ਜ਼ੋਰ ਪਾਉਣ ਤੇ ਵੀ ਮੈਂ ਨਾ ਕਹੀ ਗਿਆ। ਮੈਂ ਕਿਹਾ, ਮੈਂ ਨਹੀਂ ਕਦੀ ਪਾਠ ਕੀਤਾ, ਮੈਨੂੰ ਕਿਸੇ ਮਰਿਆਦਾ ਦਾ ਪਤਾ ਨਹੀਂ ਤੇ ਮੇਰੇ ਤੋਂ ਇਹ ਪਾਠ ਵਾਲਾ ਕੰਮ ਨਹੀਂ ਹੋਣਾ। ਮੇਰਾ ਦੋਸਤ ਮੈਨੂੰ ਕਹਿਣ ਲੱਗਾ, ਇਹ ਕੰਮ ਬਹੁਤ ਸੌਖਾ ਹੈ, ਤੂੰ ਦਿਲ ਨਾ ਛੱਡ, ਤੂੰ ਮਹਾਰਾਜ ਦਾ ਸਰੂਪ ਘਰ ਲੈ ਜਾ। ਉਸਦੇ ਬਾਰ-ਬਾਰ ਜ਼ੋਰ ਪਾਉਣ ਤੇ ਘਰ ਵਿੱਚ ਇੱਕ ਕਮਰਾ ਖਾਲੀ ਕਰਕੇ ਸਫਾਈ ਕਰ ਲਈ, ਪੂਰੀ ਤਿਆਰੀ ਕਰਕੇ, ਮਹਾਰਾਜ ਜੀ ਦਾ ਪ੍ਰਕਾਸ਼ ਕਰਕੇ, ਦੇਗ ਬਣਾ ਕੇ, $1.25 ਮੱਥਾ ਟੇਕ ਕੇ, ਅਰਦਾਸ ਕਰਕੇ ਮਹਾਰਾਜ ਜੀ ਮੂਹਰੇ ਅਰਦਾਸ ਕੀਤੀ, ਮਹਾਰਾਜ ਜੀ ਮੈਂ ਪਾਠ ਕਰਨਾ ਹੈ, ਤੁਸੀਂ ਆਪ ਕਰਵਾ ਲਵੋ। ਘਰ ਵਿੱਚ ਤਿਆਰੀ ਕਰਕੇ ਮਹਾਰਾਜ ਜੀ ਦਾ ਆਸਣ ਤਿਆਰ ਕਰਕੇ ਮਹਾਰਾਜ ਦਾ ਸਰੂਪ ਲੈ ਆਂਦਾ ਅਤੇ ਦੇਗ ਤਿਆਰ ਕਰਕੇ $1.25 ਦਾ ਮੱਥਾ ਟੇਕ ਕੇ ਅਰਦਾਸ ਕਰਕੇ ਪਾਠ ਆਰੰਭ ਕਰ ਦਿੱਤਾ। ਜਿਵੇਂ ਜਿਵੇਂ ਸਾਨੂੰ ਦੱਸਿਆ ਗਿਆ ਸੀ ਅਸੀਂ ਉਸੇ ਤਰ੍ਹਾਂ ਸੇਵਾ ਕਰਦੇ ਰਹੇ। ਪਾਠ ਚੱਲਦੇ 406 ਟੰਗ ਤੇ ਆ ਗਿਆ। ਜਦੋਂ ਸਵੇਰੇ ਕਮਰੇ ਵਿੱਚ ਗਿਆ ਤਾਂ ਉੱਥੇ ਬਹੁਤ ਪ੍ਰਕਾਸ਼ ਹੋਇਆ। ਫਿਰ ਮਹਾਰਾਜ ਜੀ ਦਾ ਪ੍ਰਕਾਸ਼ ਕਰਕੇ ਹੁਕਮ ਲਿਆ ਤਾਂ ਮੈਨੂੰ ਅਨੁਭਵ ਹੋਇਆ ਕਿ ਮਹਾਰਾਜ ਜੀ ਕੁਝ ਕਰਾਉਣਾ ਚਾਹੁੰਦੇ ਹਨ। ਮੈਂ ਕਰਨਾ ਨਹੀਂ ਚਾਹੁੰਦਾ ਸੀ ਕਿਉਂਕਿ ਮੇਰੀ ਪਹੁੰਚ ਵਿੱਚ ਨਹੀਂ ਸੀ ਅਤੇ ਮੇਰੇ ਵਿੱਚ ਹਿੰਮਤ ਵੀ ਨਹੀਂ ਸੀ। ਫਿਰ ਰੁਮਾਲਾ ਸਾਹਿਬ ਪਾ ਕੇ ਬੇਨਤੀ ਕੀਤੀ। ਦੁਬਾਰਾ ਫਿਰ ਉਹੀ ਹੁਕਮ ਆਇਆ ਅਤੇ ਉਹੀ ਅਨੁਭਵ ਹੋਇਆ। ਮੈਂ ਫਿਰ ਵੀ ਕਰਨਾ ਨਹੀਂ ਚਾਹੁੰਦਾ ਸੀ। ਮੇਰੇ ਅੰਦਰ ਆਇਆ ਕਿ ਮੈਂ ਇਕੱਲਾ ਹਾਂ, ਅਰਦਾਸ ਲਈ 5 ਜਣੇ ਹੋਣੇ ਚਾਹੀਦੇ ਨੇ, ਇਸ ਲਈ 5 ਜਣਿਆਂ ਨੂੰ ਖੜਾ ਕੇ ਅਰਦਾਸ ਕੀਤੀ ਜਾਵੇ। ਰੁਮਾਲਾ ਸਾਹਿਬ ਪਾ ਕੇ ਬਾਹਰ ਆ ਗਿਆ। ਘਰ ਵਾਲੀ ਅਤੇ ਬੱਚਿਆਂ ਨੂੰ ਉਠਾ ਕੇ ਦੇਗ ਤਿਆਰ ਕਰਕੇ ਦਰਬਾਰ ਸਾਹਿਬ ਵਿੱਚ ਆ ਕੇ ਫਿਰ ਅਰਦਾਸ ਕੀਤੀ। ਫਿਰ ਹੁਕਮਨਾਮਾ ਲਿਆ। ਤੀਸਰੀ ਵਾਰ ਫਿਰ ਉਹੀ ਉਸੇ ਤਰ੍ਹਾਂ ਪ੍ਰਕਾਸ਼ ਹੋਇਆ ਤੇ ਉਸੇ ਤਰ੍ਹਾਂ ਹੁਕਮਨਾਮਾ ਆਇਆ ਤੇ ਉਸੇ ਤਰ੍ਹਾਂ ਅਨੁਭਵ ਹੋਇਆ। ਫਿਰ ਮੈਨੂੰ ਪੱਕਾ ਹੋ ਗਿਆ ਕਿ ਇਹ ਕੰਮ ਮਹਾਰਾਜ ਕਰਾਉਣਾ ਚਾਹੁੰਦੇ ਨੇ ਤੇ ਮੈਨੂੰ ਇਹ ਕੰਮ ਕਰਨਾ ਹੀ ਪੈਣਾ। ਮੈਂ ਆਪਣੀ ਘਰਵਾਲੀ ਨੂੰ ਕਿਹਾ, ਤੂੰ ਚੌਰ ਸਾਹਿਬ ਕਰ, ਮੈਂ ਅਰਦਾਸ ਕਰਦਾ। ਮਹਾਰਾਜ ਜੀ ਦੇ ਸਾਹਮਣੇ ਖਲੋ ਕੇ ਅਰਦਾਸ ਵਿੱਚ 101 ਪਾਠਾਂ ਦੀ ਅਰਦਾਸ ਕਰ ਦਿੱਤੀ। ਨਾਲ ਹੀ ਕਹਿ ਦਿੱਤਾ, ਨਾ ਮੁੱਕੇ ਨਾ ਖਹਿੜਾ ਛੁੱਟੇ। ਮਹਾਰਾਜ ਜੀ ਦੀ ਕਿਰਪਾ ਸਦਕਾ ਇੱਕ ਤੋਂ ਬਾਅਦ ਇੱਕ ਪਾਠ ਸ਼ੁਰੂ ਹੋ ਗਏ। ਪਾਠ ਜਲਦੀ ਕਰਨ ਲਈ ਅਖੰਡ ਪਾਠ ਸ਼ੁਰੂ ਕੀਤੇ ਗਏ। ਨਾਲ ਦੀ ਨਾਲ ਸਪਤਾਹ ਪਾਠ, ਸੰਪਟ ਪਾਠ, ਤੁਕ ਤੇ ਪਾਠ, ਸ਼ਬਦ ਦੇ ਸੰਪਟ, ਅਖੰਡ ਪਾਠ ਅਤੇ ਸਹਿਜ ਪਾਠ ਲਗਾਤਾਰਤਾ ਨਾਲ ਸ਼ੁਰੂ ਕੀਤੇ ਗਏ, ਜੋ ਕਿ ਅਜੇ ਵੀ ਚੱਲ ਰਹੇ ਹਨ, ਜਿਨ੍ਹਾਂ ਦੀ ਗਿਣਤੀ ਹੇਠ ਲਿਖੇ ਅਨੁਸਾਰ ਹੈ। ਸਪਤਾਹ ਪਾਠ 4,
ਸੰਪਟ ਪਾਠ ਤੁਕ ਤੁਕ ਤੇ 2, ਸੰਪਟ ਪਾਠ ਤੁਕ ਤੁਕ ਤੇ 2, ਸੰਪਟ ਪਾਠ ਸ਼ਬਦ ਸ਼ਬਦ 11, ਅਖੰਡ ਪਾਠ 40, ਸਹਿਜ ਪਾਠ 103। ਅਪ੍ਰੈਲ 1981 ਵਿੱਚ ਜਦੋਂ 5 ਅਖੰਡ ਪਾਠਾਂ ਦੀ ਲੜੀ ਚੱਲ ਰਹੀ ਸੀ, ਉਸ ਸਮੇਂ ਜਦੋਂ ਤੀਸਰੇ ਅਖੰਡ ਪਾਠ ਦਾ ਭੋਗ ਪੈਣਾ ਸੀ, ਉਸ ਸਮੇਂ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਭਾਈ ਸਿਕੰਦਰ ਸਿੰਘ ਜੀ ਦੇ ਘਰ ਆਏ ਹੋਏ ਸਨ। ਮੈਂ ਉਹਨਾਂ ਦੇ ਘਰ ਜਾ ਕੇ ਬੇਨਤੀ ਕੀਤੀ, ਮੈਂ ਅਖੰਡ ਪਾਠ ਸਾਹਿਬ ਦਾ ਭੋਗ ਬਾਬਾ ਜੀ ਤੋਂ ਪਵਾਉਣ ਦੀ ਬੇਨਤੀ ਕਰਨੀ ਹੈ। ਉਹਨਾਂ ਨੇ ਮੈਨੂੰ ਕਿਹਾ ਬਾਬਾ ਜੀ ਆਰਾਮ ਕਰ ਰਹੇ ਹਨ ਅਤੇ ਮੇਰੇ ਕੋਲ ਸਮਾਂ ਨਹੀਂ ਸੀ, ਮੈਂ ਵਾਪਸ ਘਰ ਆ ਗਿਆ। ਜਦੋਂ ਸਵੇਰੇ 4 ਵਜੇ ਮੈਂ ਰੌਲ ਲਾਉਣ ਉੱਠਿਆ ਤੇ ਮਹਾਰਾਜ ਜੀ ਦੇ ਸਨਮੁਖ ਹੋ ਕੇ ਅਰਦਾਸ ਕੀਤੀ ਕਿ ਮੇਰੀ ਚਾਹਨਾ ਹੈ ਕਿ ਅੱਜ ਪਾਠ ਦਾ ਭੋਗ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਪਾਉਣ। ਸਵੇਰੇ 7 ਵਜੇ ਬਾਬਾ ਜੀ ਨੇ ਭਾਈ ਸਿਕੰਦਰ ਸਿੰਘ ਜੀ ਨੂੰ ਕਿਹਾ ਕਿ ਅਸੀਂ ਉਸ ਘਰ ਵਿੱਚ ਜਾਣਾ ਹੈ ਜਿੱਥੇ ਅਖੰਡ ਪਾਠ ਚੱਲਦੇ ਹਨ। ਸੰਤ ਜੀ ਘਰ ਆਏ ਅਤੇ ਅਖੰਡ ਪਾਠ ਦਾ ਭੋਗ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨੇ ਆਪ ਪਾਇਆ। ਭੋਗ ਉਪਰੰਤ ਅਸੀਂ ਉਹਨਾਂ ਨੂੰ ਚਾਹ ਪਾਣੀ ਛਕਾਉਣ ਲਈ ਕਮਰੇ ਵਿੱਚ ਲੈ ਗਏ। ਦੁੱਧ ਛਕਣ ਉਪਰੰਤ ਉਹਨਾਂ ਮੈਨੂੰ ਕਿਹਾ ਕਿ ਆਪਣੀ ਘਰਵਾਲੀ ਨੂੰ ਬੁਲਾ ਕੇ ਲਿਆ। ਮੈਂ ਪ੍ਰੀਤਮ ਕੌਰ ਨੂੰ ਕਿਹਾ ਜੀ ਬਾਬਾ ਜੀ ਬੁਲਾ ਰਹੇ ਹਨ। ਬਾਬਾ ਜੀ ਨੇ ਸਾਨੂੰ ਮਹਾਰਾਜ ਜੀ ਦੀ ਸੇਵਾ ਕਰਨ ਦੀ ਵਿਧੀ ਦੱਸੀ ਕਿ ਮਹਾਰਾਜ ਜੀ ਦੀ ਸੇਵਾ ਪ੍ਰਤੱਖ ਰੂਪ ਗੁਰੂ ਨਾਨਕ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਰਨੀ ਹੈ। ਫਿਰ ਉਹਨਾਂ ਕਲਕੱਤੇ ਤੋਂ ਇੱਕ ਪਰਿਵਾਰ ਦੀ ਗੱਲ ਦੱਸੀ ਕਿ ਉਹ ਕਿਸ ਤਰ੍ਹਾਂ ਮਹਾਰਾਜ ਜੀ ਦੀ ਪ੍ਰਤੱਖ ਗੁਰੂ ਨਾਨਕ ਸਾਹਿਬ ਜੀ ਨੂੰ ਹਾਜ਼ਰ ਜਾਣ ਕੇ ਸੇਵਾ ਕਰਦੇ ਸਨ। ਇਹ ਵੀ ਕਿਹਾ ਕਿ ਮਹਾਰਾਜ ਜੀ ਨੂੰ ਹਾਜ਼ਰ ਜਾਣ ਕੇ ਪਾਠ ਸੁਣਾਇਆ ਕਰੋ। ਸੰਤਾਂ ਦੀ ਦੱਸੀ ਵਿਧੀ ਅਨੁਸਾਰ ਅਸੀਂ ਸੇਵਾ ਕਰਦੇ ਰਹੇ। ਇੱਕ ਦਿਨ ਮਾਰਚ 1982 ਵਿੱਚ ਜਦੋਂ ਅਸੀਂ ਦੋਨੋਂ ਮਹਾਰਾਜ ਜੀ ਦੇ ਕਮਰੇ ਵਿੱਚ ਗਏ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਸਥਾਨ ਤੇ ਗੁਰੂ ਨਾਨਕ ਸਾਹਿਬ ਜੀ ਬੈਠੇ ਸਨ। ਉਹਨਾਂ ਦੇ ਪ੍ਰਤੱਖ ਦਰਸ਼ਨ ਕਰਕੇ ਅਸੀਂ ਬਹੁਤ ਨਿਹਾਲ ਹੋਏ। ਉਹਨਾਂ ਨੇ ਬਚਨ ਕੀਤਾ ਕਿ ਅਸੀਂ ਉਤਨੀ ਦੇਰ ਤੱਕ ਕੰਮ ਕੀਤਾ ਜਦੋਂ ਤੱਕ ਅਸੀਂ ਸਰੀਰ ਵਿੱਚ ਸੀ ਅਤੇ ਭਾਈ ਲਹਿਣਾ ਜੀ ਨੂੰ ਗੱਦੀ ਦੇਣ ਤੱਕ। ਫਿਰ ਦੂਸਰੇ ਗੁਰੂ ਸਾਹਿਬਾਨਾਂ ਵਿੱਚੋਂ ਵਰਤਦੇ ਸੀ, ਹੁਣ ਅਸੀਂ ਸਾਧੂ ਮਹਾਂਪੁਰਖਾਂ ਰਾਹੀਂ ਵਰਤਦੇ ਹਾਂ। ਫਿਰ ਉਹਨਾਂ ਨੇ ਬਾਬਾ ਸੁਜਾਨ ਸਿੰਘ ਜੀ ਗਰੇਵਾਲ ਦਾ ਸਰੂਪ ਧਾਰਨ ਕਰ ਲਿਆ ਅਤੇ ਹੁਕਮ ਕੀਤਾ ਕਿ ਅਸੀਂ ਇਸ ਸਰੂਪ ਵਿੱਚੋਂ ਵਰਤਦੇ ਹਾਂ, ਉਹਨਾਂ ਦੀ ਸੇਵਾ ਵਿੱਚ ਆ ਜਾਵੋ। ਸਾਨੂੰ ਇਹ ਦੱਸਣ ਉਪਰੰਤ ਮਹਾਰਾਜ ਜੀ ਅਲੋਪ ਹੋ ਗਏ। ਅਸੀਂ ਬਾਬਾ ਸੁਜਾਨ ਸਿੰਘ ਜੀ ਦੀ ਭਾਲ ਕੀਤੀ। ਪਤਾ ਚੱਲਿਆ ਕਿ ਬਾਬਾ ਜੀ ਗੁਰਦੁਆਰਾ ਸਾਹਿਬ ਨਿਊ ਵੈਸਟਮਿੰਸਟਰ ਵਿਖੇ ਗ੍ਰੰਥੀ ਸਿੰਘ ਦੀ ਸੇਵਾ ਕਰਦੇ ਹਨ। ਅਸੀਂ ਨਿਊ ਵੈਸਟ ਬਾਬਾ ਜੀ ਨੂੰ ਮਿਲਣ ਗਏ ਤਾਂ ਪਤਾ ਚੱਲਿਆ ਕਿ ਬਾਬਾ ਜੀ ਪੰਜਾਬ ਗਏ ਹੋਏ ਹਨ। ਅਸੀਂ ਵਾਪਸ ਆ ਗਏ। ਮਈ 1982 ਵਿੱਚ ਪ੍ਰੀਤਮ ਕੌਰ ਨੂੰ ਸੁਪਨੇ ਵਿੱਚ ਬਾਬਾ ਜੀ ਨੇ ਕਿਹਾ ਕਿ ਅਸੀਂ ਆ ਗਏ ਹਾਂ, ਤੁਸੀਂ ਆ ਜਾਓ। ਅਸੀਂ 1982 ਵਿੱਚ ਹੀ ਬਾਬਾ ਜੀ ਦੇ ਦਰਸ਼ਨ ਕਰਨ ਚੱਲ ਪਏ ਅਤੇ ਰਸਤੇ ਵਿੱਚੋਂ 5 ਅੰਬ ਲੈ ਲਏ ਤੇ ਗੁਰਦੁਆਰਾ ਸਾਹਿਬ ਚਲੇ ਗਏ। ਪਤਾ ਲੱਗਾ ਕਿ ਬਾਬਾ ਜੀ ਘਰ ਚਲੇ ਗਏ। ਘਰ ਨੇੜੇ ਹੀ ਸੀ, ਅਸੀਂ ਘਰੇ ਚਲੇ ਗਏ। ਬਾਬਾ ਜੀ ਕੁਰਸੀ ਉੱਪਰ ਬੈਠੇ ਸਨ, ਸਾਹਮਣੇ ਮੇਜ਼ ਪਿਆ ਸੀ। ਅਸੀਂ ਮੇਜ਼ ਉੱਪਰ ਅੰਬ ਰੱਖ ਕੇ ਬਾਬਾ ਜੀ ਨੂੰ ਮੱਥਾ ਟੇਕਿਆ। ਬਾਬਾ ਜੀ ਦੇ ਸਾਹਮਣੇ ਕੁਰਸੀਆਂ ਪਈਆਂ ਸਨ ਤੇ ਬੈਠਣ ਦਾ ਇਸ਼ਾਰਾ ਬਾਬਾ ਜੀ ਨੇ ਸਾਨੂੰ ਕਰ ਦਿੱਤਾ। ਮੈਂ ਕੁਰਸੀ ਉੱਪਰ ਬੈਠ ਗਿਆ, ਪ੍ਰੀਤਮ ਕੌਰ ਨੀਚੇ ਬੈਠ ਗਈ। ਮੇਰੇ ਅੰਦਰ ਖਿਆਲ ਆਇਆ ਕਿ ਗਲਤੀ ਹੋ ਗਈ, ਥੱਲੇ ਬੈਠਣਾ ਚਾਹੀਦਾ ਸੀ। ਬਾਬਾ ਜੀ ਨੇ ਪੁੱਛਿਆ ਕਿ ਭਾਈ ਕਿਸ ਤਰ੍ਹਾਂ ਆਏ ਹੋ? ਅਸੀਂ ਬੇਨਤੀ ਕੀਤੀ ਕਿ ਸਾਡੇ ਤੇ ਨਾਮ ਦੀ ਬਖਸ਼ਿਸ਼ ਕਰੋ। ਉਹਨਾਂ ਕਿਹਾ ਕਿ ਤੁਸੀਂ ਅੰਮ੍ਰਿਤ ਛਕਿਆ ਹੋਇਆ ਹੈ, ਤੁਹਾਨੂੰ ਨਾਮ ਮਿਲਿਆ ਹੋਇਆ ਹੈ, ਸੋ 5 ਪਿਆਰਿਆਂ ਦੇ ਗੁਰਮੰਤਰ ਦਿੱਤਾ ਹੈ, ਉਹ ਨਾਮ ਹੈ। ਉਹਨਾਂ ਨੇ ਕਈ ਸਾਖੀਆਂ ਸੁਣਾਈਆਂ। ਕਾਫੀ ਸਮਾਂ ਲੰਘ ਗਿਆ, ਮਹਿਸੂਸ ਹੋਇਆ ਜਿਵੇਂ ਟਾਲ ਰਹੇ ਹੋਣ। ਇੰਨਾ ਚਿਰ ਨੂੰ ਉਹਨਾਂ ਨੂੰ 3 ਆਦਮੀ ਮਿਲਣ ਆਏ। ਮੈਨੂੰ ਸਮਾਂ ਮਿਲ ਗਿਆ, ਮੈਂ ਕੁਰਸੀ ਉਹਨਾਂ ਨੂੰ ਦੇ ਕੇ ਆਪ ਨੀਚੇ ਬੈਠ ਗਿਆ। ਕੁਝ ਸਮਾਂ ਬਾਬਾ ਜੀ ਨੇ ਉਹਨਾਂ ਨਾਲ ਗੱਲਬਾਤ ਕੀਤੀ ਅਤੇ ਉਹ ਜੋ ਬੰਦੇ ਆਏ ਸਨ ਉਹ ਚਲੇ ਗਏ। ਮੈਂ ਫਿਰ ਬਾਬਾ ਜੀ ਨੂੰ ਬੇਨਤੀ ਕੀਤੀ, ਜੀ ਅਸੀਂ ਚੰਗੇ ਹਾਂ ਜਾਂ ਮਾੜੇ ਹਾਂ, ਸਾਡੇ ਤੇ ਜ਼ਰੂਰ ਕਿਰਪਾ ਕਰੋ। ਫਿਰ ਬਾਬਾ ਜੀ ਕੁਰਸੀ ਤੋਂ ਉੱਠ ਖੜੇ ਹੋਏ ਅਤੇ ਹੱਥ ਧੋ ਕੇ ਸਾਨੂੰ ਕਮਰੇ ਵਿੱਚ ਲੈ ਗਏ। ਮੈਨੂੰ ਅਤੇ ਪ੍ਰੀਤਮ ਕੌਰ ਨੂੰ ਨਾਮ ਦੀ ਵਿਧੀ ਸਮਝਾ ਦਿੱਤੀ ਅਤੇ ਬਾਬਾ ਜੀ ਨੇ ਸਾਨੂੰ ਇੱਕ ਅੰਬ ਦੇ ਪ੍ਰਸ਼ਾਦ ਦੀ ਬਖਸ਼ਿਸ਼ ਕੀਤੀ। ਅਸੀਂ ਬਾਬਾ ਜੀ ਨੂੰ ਫਤਿਹ ਬੁਲਾ ਕੇ ਵਾਪਸ ਘਰ ਆ ਗਏ। ਘਰ ਪਹੁੰਚ ਕੇ ਅਸੀਂ ਮਹਾਰਾਜ ਜੀ ਦੇ ਕਮਰੇ ਵਿੱਚ ਜਾ ਕੇ ਅਰਦਾਸ ਕੀਤੀ। ਮਹਾਰਾਜ ਜੀ ਨੂੰ
ਜੋਦੜੀ ਕੀਤੀ ਕਿ ਸਾਨੂੰ ਨਾਮ ਦੀ ਬਖਸ਼ਿਸ਼ ਹੋ ਗਈ ਹੈ, ਸਾਨੂੰ ਕੁਝ ਵੀ ਪਤਾ ਨਹੀਂ, ਸਾਨੂੰ ਇਸ ਰਸਤੇ ਤੇ ਚੱਲਦੇ ਰਹਿਣ ਦੀ ਤਾਕਤ ਅਤੇ ਪ੍ਰੇਰਨਾ ਦੀ ਕਿਰਪਾ ਕਰਦੇ ਰਹਿਣਾ। ਅਰਦਾਸ ਬੇਨਤੀ ਕਰਨ ਉਪਰੰਤ ਮਹਾਰਾਜ ਜੀ ਨੇ ਖੁਸ਼ੀਆਂ ਭਰਪੂਰ ਜੋ ਹੁਕਮਨਾਮਾ ਬਖਸ਼ਿਸ਼ ਕੀਤਾ ਉਹ ਇਹ ਸੀ। ਸ਼ਲੋਕ ਮਹਲਾ ਤੀਜਾ। ਸੱਜਣ ਮਿਲੇ ਸੱਜਣਾ ਜਿਨ ਸਤਿਗੁਰ ਨਾਲ ਪਿਆਰ, ਮਿਲ ਪ੍ਰੀਤਮ ਤਿਨੀ ਧਿਆਇਆ ਸੱਚੇ ਪ੍ਰੇਮ ਪਿਆਰ। ਸੰਤ ਸੁਜਾਨ ਸਿੰਘ ਜੀ ਦਾ ਜਨਮ ਪਿੰਡ ਕਿਲ੍ਹਾ ਰਾਏਪੁਰ, ਜ਼ਿਲ੍ਹਾ ਲੁਧਿਆਣਾ, ਪੰਜਾਬ ਵਿਖੇ 6 ਅਪ੍ਰੈਲ 1915 ਵਿੱਚ ਹੋਇਆ ਸੀ। ਉਹਨਾਂ 10ਵੀਂ ਜਮਾਤ ਤੱਕ ਦੀ ਵਿੱਦਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ ਸੀ। ਉਹਨਾਂ 10ਵੀਂ ਪਾਸ ਕਰਕੇ ਡਰਾਈਵਰੀ ਦਾ ਲਾਇਸੈਂਸ ਲੈਣ ਲਈ ਕਾਗਜ਼ ਪੱਤਰ ਲੈ ਕੇ ਲੁਧਿਆਣੇ ਬਾਬਾ ਜੀ ਜਾ ਰਹੇ ਸਨ। ਰਸਤੇ ਵਿੱਚ ਉਹਨਾਂ ਨੂੰ ਇੱਕ ਸਾਧੂ ਮਿਲਿਆ ਅਤੇ ਕਿਹਾ, ਭਾਈ ਇਹ ਤੇਰਾ ਕੰਮ ਨਹੀਂ। ਸੰਤ ਅਮੀਰ ਸਿੰਘ ਜੀ ਜੋ ਕਿ ਭਾਈ ਮਨੀ ਸਿੰਘ ਜੀ ਵਾਲੀ ਸੱਤੇ ਵਾਲੀ ਗਲੀ ਟਕਸਾਲ ਅੰਮ੍ਰਿਤਸਰ ਵਿਖੇ ਹਨ, ਉਹਨਾਂ ਕੋਲ ਜਾ ਕੇ ਵਿੱਦਿਆ ਪ੍ਰਾਪਤ ਕਰ। ਬਾਬਾ ਜੀ ਨੇ ਟਕਸਾਲ ਤੋਂ ਵਿੱਦਿਆ ਪ੍ਰਾਪਤ ਕਰਕੇ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਚਲੇ ਗਏ। ਉੱਥੇ ਕਥਾ ਦੀ ਸੇਵਾ ਕਰਦੇ ਰਹੇ। ਪਾਕਿਸਤਾਨ ਬਣਨ ਸਮੇਂ ਆਪ ਜੀ ਆਪਣੇ ਪਿੰਡ ਵਾਪਸ ਆ ਗਏ। ਪਿੰਡ ਵਾਲਿਆਂ ਦੇ ਕਹਿਣ ਤੇ ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਆਰੰਭ ਕਰ ਦਿੱਤੀ। 5 ਸਾਲ ਵਿੱਚ ਗੁਰੂ ਸਾਹਿਬ ਜੀ ਦੀ ਕਥਾ ਸੰਪੂਰਨ ਹੋਈ। ਫਿਰ 2 ਸਾਲ ਵਿੱਚ ਸੂਰਜ ਪ੍ਰਕਾਸ਼ ਗ੍ਰੰਥ ਦੀ ਕਥਾ ਸੰਪੂਰਨ ਕੀਤੀ। ਬਾਬਾ ਜੀ ਗੱਤਕੇ ਦੇ ਬਹੁਤ ਉੱਚ ਕੋਟੀ ਦੇ ਖਿਡਾਰੀ ਸਨ। ਸੰਤ ਗੁਰਬਚਨ ਸਿੰਘ ਜੀ ਖਾਲਸਾ ਆਪ ਜੀ ਨੂੰ ਜਥੇ ਵਿੱਚ ਲੈ ਗਏ ਅਤੇ ਸਿੰਘਾਂ ਨੂੰ ਗੱਤਕੇ ਦੀ ਸਿਖਲਾਈ ਦੀ ਸੇਵਾ ਬਖਸ਼ਿਸ਼ ਕੀਤੀ। ਸੰਨ 1956 ਤੱਕ ਜਥੇ ਵਿੱਚ ਆਪ ਜੀ ਸੇਵਾ ਕਰਦੇ ਰਹੇ। ਆਪ ਜੀ ਦੇ ਪਿੰਡ ਕਿਲ੍ਹਾ ਰਾਏਪੁਰ ਤੋਂ ਕਾਫੀ ਸਿੰਘ ਵੈਨਕੂਵਰ ਰਹਿੰਦੇ ਹਨ। ਉਹ ਬਾਬਾ ਜੀ ਨੂੰ 26 ਜੂਨ 1957 ਵਿੱਚ ਵੈਨਕੂਵਰ ਕੈਨੇਡਾ ਲੈ ਗਏ ਅਤੇ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਗ੍ਰੰਥੀ ਸਿੰਘ ਦੀ ਸੇਵਾ ਦੇ ਦਿੱਤੀ। ਆਪ ਜੀ ਨੂੰ ਗੁਰਦੁਆਰਾ ਸਾਹਿਬ ਨਿਊ ਵੈਸਟਮਿੰਸਟਰ ਦੀ ਕਮੇਟੀ ਨੇ ਬੇਨਤੀ ਕੀਤੀ ਕਿ ਸਾਨੂੰ ਵੀ ਕੋਈ ਗ੍ਰੰਥੀ ਮੰਗਵਾ ਕੇ ਦੇਵੋ। ਬਾਬਾ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਮੰਗਵਾ ਦਿੱਤਾ। ਭਾਈ ਮਨੀ ਸਿੰਘ ਜੀ 3 ਸਾਲ ਸੇਵਾ ਕਰਕੇ ਵਾਪਸ ਪੰਜਾਬ ਚਲੇ ਗਏ। ਭਾਈ ਮਨੀ ਸਿੰਘ ਜੀ ਦੇ ਜਾਣ ਤੋਂ ਬਾਅਦ ਆਪ ਜੀ ਨਿਊ ਵੈਸਟ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਸਿੰਘ ਦੀ ਸੇਵਾ ਵਿੱਚ ਆ ਗਏ। ਆਪ ਜੀ ਨੇ 1985 ਵਿੱਚ ਰਿਟਾਇਰ ਹੋਣ ਤੱਕ ਇੱਥੇ ਹੀ ਸੇਵਾ ਕੀਤੀ। ਅਸੀਂ 1982 ਤੋਂ ਲੈ ਕੇ 1 ਨਵੰਬਰ 1987 ਤੱਕ ਗੁਰੂ ਜੀ ਦੀ ਸੇਵਾ ਵਿੱਚ ਰਹੇ। ਹਮੇਸ਼ਾ ਹਜ਼ੂਰੀ ਵਿੱਚ ਰਹਿਣਾ ਪੈਂਦਾ ਸੀ। ਹਰ ਇੱਕ ਤਰ੍ਹਾਂ ਦੀ ਸੇਵਾ, ਸਰੀਰ ਦੀ ਮਾਲਿਸ਼, ਇਸ਼ਨਾਨ ਦੀ ਸੇਵਾ, ਵਸਤਰਾਂ ਦੀ ਸੇਵਾ, ਪ੍ਰਸ਼ਾਦੇ ਦੀ ਸੇਵਾ, ਪਾਣੀ ਦੀ ਸੇਵਾ, ਇਹ ਸਾਰੀਆਂ ਸੇਵਾਵਾਂ ਸਾਨੂੰ ਮਿਲੀਆਂ ਹੋਈਆਂ ਸਨ। ਸਾਧੂ ਦੀ ਹਜ਼ੂਰੀ ਵਿੱਚ ਰਹਿ ਕੇ ਸੇਵਾ ਕਰਨੀ ਬਹੁਤ ਕਰੜੀ ਕਾਰ ਹੈ। ਜਿਸ ਤਰ੍ਹਾਂ ਮਹਾਰਾਜ ਜੀ ਦੀ ਗੁਰਬਾਣੀ ਵਿੱਚ ਵੀ ਦੱਸਦੇ ਹਨ, ਗੁਰਪੀਰਾਂ ਕੀ ਚਾਕਰੀ ਮਹਾ ਕਰੜੀ ਸੁਖਸਾਰ। ਅਸੀਂ 1982 ਵਿੱਚ ਬਾਬਾ ਜੀ ਕੋਲ ਮਿਲਣ ਲਈ ਆਉਂਦੇ ਰਹਿੰਦੇ ਸੀ। 1 ਜਨਵਰੀ 1983 ਨੂੰ ਉਹਨਾਂ ਦੇ ਲੜਕੇ ਦਾ ਵਿਆਹ ਸੀ। ਬਾਬਾ ਜੀ ਨੇ ਸਾਨੂੰ ਵੀ ਵਿਆਹ ਦਾ ਕਾਰਡ ਦਿੱਤਾ ਤੇ ਕਿਹਾ ਜ਼ਰੂਰ ਆਉਣਾ। ਅਸੀਂ ਵਿਆਹ ਸਮਾਗਮ ਵਿੱਚ ਸ਼ਾਮਲ ਹੋਏ। ਵਿਆਹ ਸਮਾਗਮ ਦੀ ਸਮਾਪਤੀ ਉਪਰੰਤ ਬਾਬਾ ਜੀ ਤੋਂ ਆਗਿਆ ਲੈਣ ਗਏ ਤਾਂ ਬਾਬਾ ਜੀ ਕਹਿਣ ਲੱਗੇ, ਤੁਸੀਂ ਇੱਥੇ ਹੀ ਰਹੋ। ਅਸੀਂ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਅਸੀਂ ਅਗਲੇ ਹਫ਼ਤੇ ਆ ਜਾਵਾਂਗੇ। ਅਗਲੇ ਹਫ਼ਤੇ ਜਦੋਂ ਅਸੀਂ ਗਏ ਉਸ ਸਮੇਂ 4 ਪਰਿਵਾਰ ਸੇਵਾ ਵਿੱਚ ਸ਼ਾਮਲ ਸਨ। ਬਾਬਾ ਜੀ ਦੇ ਇਸ਼ਨਾਨ ਦੀ ਤਿਆਰੀ ਕਰ ਰਹੇ ਸਨ। ਅਸੀਂ ਦਰਸ਼ਨ ਕਰਕੇ ਕਮਰੇ ਵਿੱਚੋਂ ਬਾਹਰ ਆ ਗਏ ਤੇ ਬਾਹਰ ਆ ਕੇ ਬੈਠ ਗਏ। ਇੱਕ ਸਿੰਘ ਨੇ ਆ ਕੇ ਕਿਹਾ, ਤੁਸੀਂ ਵੀ ਸੇਵਾ ਨਾਲ ਕਰਵਾ ਦਿਓ। ਕਹਿਣ ਉਪਰੰਤ ਮੈਂ ਵੀ ਸੇਵਾ ਵਿੱਚ ਸ਼ਾਮਲ ਹੋ ਗਿਆ। ਬਾਬਾ ਜੀ ਇਸ਼ਨਾਨ ਕਰਕੇ ਬਸਤਰ ਪਹਿਨ ਕੇ ਤਿਆਰ ਹੋ ਕੇ ਬੈਠ ਗਏ। ਅਸੀਂ ਵੀ ਨੀਚੇ ਉਹਨਾਂ ਦੇ ਸਾਹਮਣੇ ਬੈਠ ਗਏ। ਬਾਬਾ ਜੀ ਨੇ ਬਚਨ ਕੀਤਾ ਕਿ ਸੰਗਤ ਕਰਿਆ ਕਰੋ। ਅਸੀਂ 7 ਬਚਨ ਕਿਹਾ। ਬਾਬਾ ਜੀ ਨੇ ਬਚਨ ਕੀਤਾ ਕਿ ਸੰਗਤ ਕਰਿਆ ਕਰੋ। ਅਸੀਂ 7 ਬਚਨ ਕਿਹਾ। ਬਾਬਾ ਜੀ ਕਹਿਣ ਲੱਗੇ, ਕਿਹੜੇ ਦਿਨ ਆਇਆ ਕਰੋਗੇ? ਅਸੀਂ ਕਿਹਾ ਜੀ ਸ਼ਨੀਚਰਵਾਰ ਨੂੰ ਆਇਆ ਕਰਾਂਗੇ। ਅਸੀਂ ਵਾਪਸ ਘਰ ਆ ਗਏ। ਅਸੀਂ ਹਰ ਸ਼ਨੀਚਰਵਾਰ ਨੂੰ ਜਾਂਦੇ ਰਹੇ, ਸੰਗਤਾਂ ਨਾਲ ਰਲ ਕੇ ਸੇਵਾ ਕਰਦੇ ਰਹਿੰਦੇ ਸੀ। ਬਾਬਾ ਜੀ ਨੇ ਕਿਹਾ ਕਿਸ ਦਿਨ ਆਇਆ ਕਰੋਗੇ? ਅਸੀਂ ਕਿਹਾ ਜੀ ਸ਼ਨੀਚਰਵਾਰ ਆਇਆ ਕਰਾਂਗੇ। ਅਸੀਂ ਘਰ ਵਾਪਸ ਆ ਗਏ ਤੇ ਹਰ ਸ਼ਨੀਚਰਵਾਰ ਜਾਂਦੇ ਰਹੇ, ਸੰਗਤਾਂ ਨਾਲ ਰਲ ਕੇ ਸੇਵਾ ਕਰਦੇ ਰਹੇ। ਗੁਰਦੁਆਰਾ ਸਾਹਿਬ ਸੇਵਾ ਕਰਕੇ ਸੰਗਤ ਬਾਬਾ ਜੀ ਨਾਲ ਘਰ ਚਲੀ ਜਾਂਦੀ ਸੀ। ਬਾਬਾ ਜੀ ਆਸਣ ਤੇ ਆਰਾਮ ਕਰਦੇ ਹੁੰਦੇ ਸਨ। ਸੰਗਤ ਆਸੇ-ਪਾਸੇ ਸੱਜ ਜਾਂਦੀ ਸੀ। ਇੱਕ ਬੀਬੀ ਕਥਾ ਪੜ੍ਹ ਕੇ ਸੁਣਾਉਣ ਦੀ ਸੇਵਾ ਕਰਦੀ ਹੁੰਦੀ ਸੀ। ਬਾਬਾ ਜੀ ਦੇ ਇਸ਼ਨਾਨ ਕਰਨ ਉਪਰੰਤ ਦੀਵਾਨ ਸਜਦਾ ਸੀ, ਜਿਸ ਵਿੱਚ ਪਹਿਲਾਂ ਬੱਚੇ ਕੀਰਤਨ ਕਰਦੇ ਹੁੰਦੇ ਸਨ, ਫਿਰ ਬਾਬਾ ਜੀ ਕਥਾ ਵਿਚਾਰ ਕਰਦੇ ਹੁੰਦੇ ਸਨ। ਦੀਵਾਨ ਦੀ ਸਮਾਪਤੀ ਉਪਰੰਤ ਅਸੀਂ ਆਪਣੇ ਸੁਕੁਐਮਸ ਚਲੇ ਜਾਂਦੇ। ਇਹ ਸਿਲਸਿਲਾ ਸਤੰਬਰ 1987 ਤੱਕ ਚੱਲਦਾ ਰਿਹਾ। ਅਖੀਰ ਤੱਕ
1987 ਦੇ ਇਹ ਸਿਲਸਿਲਾ ਚੱਲਦਾ ਰਿਹਾ। ਬਾਬਾ ਜੀ 1 ਨਵੰਬਰ 1987 ਨੂੰ ਪੰਜ ਭੂਤਿਕ ਸਰੀਰ ਤਿਆਗ ਕੇ ਸੱਚਖੰਡ ਗਮਨ ਕਰ ਗਏ। ਅਸੀਂ ਬਾਬਾ ਜੀ ਸੰਗਤ ਪ੍ਰੇਰਨਾ ਸਦਕਾ ਅਸੀਂ ਬਾਬਾ ਜੀ ਦੀ ਸੰਗਤ ਦੀ ਪ੍ਰੇਰਨਾ ਸਦਕਾ ਪਿਆਰ ਅਤੇ ਰਹਿਨਮਾਈ ਤੋਂ ਬਿਰਵੇ ਹੋ ਗਏ। 1988 ਵਿੱਚ ਕਿਸੇ ਸਫੈਦ ਵਸਤਰਾਂ ਵਾਲੇ ਮਹਾਂਪੁਰਸ਼ ਨੇ ਦਰਸ਼ਨ ਦੇ ਕੇ ਕਿਹਾ ਕਿ ਸੰਪਟ ਪਾਠ ਕਰੋ। ਅਰਦਾਸ ਕੀਤੀ ਕਿ ਮਹਾਰਾਜ ਜੀ ਦੱਸੋ ਕਿਹੜੇ ਸ਼ਬਦ ਲਾ ਕੇ ਸੰਪਟ ਪਾਠ ਕਰਨਾ ਹੈ, ਪਰੰਤੂ ਕੋਈ ਜਵਾਬ ਨਹੀਂ ਮਿਲਿਆ। ਫਿਰ ਅਸੀਂ ਪਰਚੀਆਂ ਲਿਖ ਕੇ ਦੇਗ ਬਣਾ ਕੇ ਗੁਰਦੁਆਰਾ ਸਾਹਿਬ ਚਲੇ ਗਏ। ਗੁਰਦੁਆਰਾ ਸਾਹਿਬ ਕੋਈ ਨਹੀਂ ਸੀ, ਦਰਵਾਜ਼ੇ ਨੂੰ ਤਾਲਾ ਲੱਗਿਆ ਹੋਇਆ ਸੀ। ਅਸੀਂ ਪ੍ਰਧਾਨ ਸਾਹਿਬ ਕੋਲੋਂ ਚਾਬੀ ਲੈ ਕੇ ਦਰਵਾਜ਼ਾ ਖੋਲ੍ਹ ਕੇ ਗੁਰਦੁਆਰਾ ਸਾਹਿਬ ਅੰਦਰ ਚਲੇ ਗਏ। ਦਰਵਾਜ਼ਾ ਖੋਲ੍ਹਣ ਅਤੇ ਚਾਬੀ ਕੱਢਣ ਉਪਰੰਤ ਦਰਵਾਜ਼ਾ ਬੰਦ ਹੋਣ ਤੇ ਆਪਣੇ ਆਪ ਤਾਲਾ ਲੱਗ ਜਾਂਦਾ ਹੈ, ਜੋ ਕਿ ਸਿਰਫ ਅੰਦਰੋਂ ਹੀ ਖੁੱਲ੍ਹ ਸਕਦਾ ਹੈ ਅਤੇ ਬਾਹਰੋਂ ਕੋਈ ਨਹੀਂ ਖੋਲ੍ਹ ਸਕਦਾ। ਅਸੀਂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਦੇਗ ਰੱਖ ਕੇ ਆਨੰਦ ਸਾਹਿਬ ਜੀ ਦਾ ਪਾਠ ਕੀਤਾ। ਗੋਲਕ ਉੱਪਰ ਕਾਗਜ਼ ਰੱਖ ਕੇ ਪਰਚੀਆਂ ਉੱਪਰ ਰੱਖ ਦਿੱਤੀਆਂ। ਮੈਂ ਪ੍ਰੀਤਮ ਕੌਰ ਨੂੰ ਕਿਹਾ, ਤੁਸੀਂ ਚੌਰ ਸਾਹਿਬ ਦੀ ਸੇਵਾ ਕਰੋ, ਮੈਂ ਅਰਦਾਸ ਕਰਦਾ ਹਾਂ। ਜਦੋਂ ਅਰਦਾਸ ਸ਼ੁਰੂ ਕੀਤੀ ਤਾਂ ਉਸ ਸਮੇਂ ਮੇਰੇ ਸੱਜੇ ਹੱਥ ਇੱਕ ਬੱਚਾ ਆ ਕੇ ਖੜ ਗਿਆ, ਜਿਸ ਦੀ ਉਮਰ ਤਕਰੀਬਨ 6-7 ਸਾਲ ਦੀ ਹੋਵੇਗੀ। ਉਸ ਬੱਚੇ ਦਾ ਸਿਰ ਨੰਗਾ ਸੀ ਅਤੇ ਬੱਚਾ ਸਿਰ ਤੋਂ ਮੋਨਾ ਸੀ। ਅਰਦਾਸ ਕਰਨ ਉਪਰੰਤ ਹੁਕਮਨਾਮਾ ਸਾਹਿਬ ਲਿਆ। ਉਹ ਲੜਕਾ ਇੱਕ ਪਾਸੇ ਹੋ ਕੇ ਬੈਠ ਗਿਆ। ਮੇਰੇ ਅੰਦਰ ਆਇਆ ਕਿ ਸਾਰੇ ਦਰਵਾਜ਼ੇ ਬੰਦ ਨੇ, ਤਾਲਾ ਲੱਗਿਆ ਹੋਇਆ, ਗੇਟ ਖੁੱਲ੍ਹ ਨਹੀਂ ਸਕਦਾ, ਇਹ ਬੱਚਾ ਕਿਸ ਤਰ੍ਹਾਂ ਅੰਦਰ ਆਇਆ। ਫਿਰ ਮਹਾਰਾਜ ਜੀ ਨੇ ਸੋਝੀ ਬਖਸ਼ੀ, ਸਮਝ ਕੀਤੀ ਕਿ ਮਹਾਰਾਜ ਆਪ ਆਏ ਹਨ। ਉਸ ਲੜਕੇ ਨੂੰ ਬੇਨਤੀ ਕੀਤੀ ਕਿ ਮਹਾਰਾਜ ਜੀ ਆਪ ਆ ਹੀ ਗਏ ਹੋ ਤਾਂ ਕਿਰਪਾ ਕਰਕੇ ਸਾਨੂੰ ਇੱਕ ਪਰਚੀ ਚੁੱਕ ਕੇ ਦੇਵੋ ਕਿ ਸਾਨੂੰ ਕੀ ਕਰਨਾ ਚਾਹੀਦਾ। ਉਹ ਬੱਚਾ ਉੱਠਿਆ, ਇੱਕ ਪਰਚੀ ਚੁੱਕ ਕੇ ਸਾਨੂੰ ਦੇ ਦਿੱਤੀ। ਅਸੀਂ ਪਰਚੀ ਖੋਲ੍ਹ ਕੇ ਪੜ੍ਹ ਲਈ। ਪਤਾ ਚੱਲ ਗਿਆ ਕਿ ਕੀ ਹੁਕਮ ਹੈ। 5 ਪਿਆਰਿਆਂ ਦੀ ਦੇਗ ਕੱਢਣ ਉਪਰੰਤ ਦੇਗ ਵਿੱਚ ਮਿਲਾ ਕੇ ਉਸ ਬੱਚੇ ਨੂੰ ਦੇ ਦਿੱਤੀ। ਮੈਂ ਪ੍ਰੀਤਮ ਕੌਰ ਨੂੰ ਦੇਗ ਦੇਣ ਉਪਰੰਤ ਆਪ ਦੇਗ ਲੈ ਕੇ ਛਕਣ ਲੱਗ ਪਿਆ। ਜਦੋਂ ਬੱਚੇ ਵੱਲ ਦੇਖਿਆ, ਬੱਚਾ ਉੱਥੇ ਨਹੀਂ ਸੀ। ਬੱਚੇ ਨੂੰ ਅਸੀਂ ਸਾਰੇ ਕਮਰੇ ਵਿੱਚ ਪੂਰੇ ਗੁਰਦੁਆਰਾ ਸਾਹਿਬ ਵਿੱਚ ਬਹੁਤ ਭਾਲਿਆ, ਪਰੰਤੂ ਉਹ ਬੱਚਾ ਸਾਨੂੰ ਉੱਥੋਂ ਕਿਤੋਂ ਵੀ ਨਹੀਂ ਮਿਲਿਆ। ਜਦੋਂ ਕਿ ਗੁਰਦੁਆਰਾ ਸਾਹਿਬ ਦੇ ਸਾਰੇ ਕਮਰੇ ਸਾਰੇ ਜਿੰਦੇ ਅੰਦਰੋਂ ਬੰਦ ਸਨ ਤੇ ਬਾਹਰੋਂ ਕੋਈ ਵੀ ਆ ਨਹੀਂ ਸੀ ਸਕਦਾ। ਇਸ ਚੰਬੇ ਤੋਂ ਅਸੀਂ ਬਹੁਤ ਹੈਰਾਨ ਹੋਏ। ਉਸ ਤੋਂ ਬਾਅਦ ਬਾਬਾ ਨਿਹਾਲ ਸਿੰਘ ਜੀ ਹਰੀਆਂ ਬੇਲਾਂ ਵਾਲਿਆਂ ਦੀ ਸੰਗਤ ਕੀਤੀ। ਫਰਵਰੀ 1999 ਵਿੱਚ ਬਾਬਾ ਜੀ ਨੇ ਸਾਨੂੰ ਹਰੀਆਂ ਬੇਲਾਂ ਬੁਲਾ ਲਿਆ। ਅਸੀਂ ਉੱਥੇ 4 ਫਰਵਰੀ 1999 ਨੂੰ ਪਹੁੰਚੇ ਅਤੇ 2 ਹਫ਼ਤੇ ਰਹੇ। ਸਾਨੂੰ ਕਹਿੰਦੇ ਹੁੰਦੇ ਸਨ ਕਿ ਤੁਹਾਡਾ ਸਭ ਕੁਝ ਤਿਆਰ ਹੈ, ਤੁਹਾਨੂੰ ਦੇ ਕੇ ਤੋਰਾਂਗੇ। 2 ਹਫ਼ਤੇ ਬਾਅਦ ਉਹਨਾਂ ਕਿਹਾ ਕਿ ਸਵੇਰੇ ਇਸ਼ਨਾਨ ਕਰਕੇ ਮਹਾਰਾਜ ਜੀ ਦੇ ਦਰਬਾਰ ਵਿੱਚ ਆ ਜਾਣਾ। ਅਸੀਂ ਦੋਨੋਂ ਜੀ ਸਵੇਰੇ ਇਸ਼ਨਾਨ ਕਰਕੇ ਦਰਬਾਰ ਸਾਹਿਬ ਵਿੱਚ ਜਾ ਹਾਜ਼ਰ ਹੋਏ। ਬਾਬਾ ਜੀ ਨੇ ਮਹਾਰਾਜ ਜੀ ਅੱਗੇ ਖਲੋ ਕੇ ਅਰਦਾਸ ਕੀਤੀ ਅਤੇ ਮਹਾਰਾਜ ਜੀ ਤੋਂ ਹੁਕਮ ਲਿਆ। ਫਿਰ 10ਵੇਂ ਗ੍ਰੰਥ ਤੋਂ ਹੁਕਮ ਲਿਆ। ਬਾਬਾ ਜੀ ਹੁਕਮ ਲੈ ਕੇ ਆਪਣੇ ਕਮਰੇ ਵਿੱਚ ਚਲੇ ਗਏ ਅਤੇ ਸੇਵਾਦਾਰ ਨੂੰ ਭੇਜ ਕੇ ਸਾਨੂੰ ਉੱਥੇ ਬੁਲਾ ਲਿਆ। ਸਾਨੂੰ ਦੱਸਿਆ ਕਿ ਮਹਾਰਾਜ ਜੀ ਦਾ ਹੁਕਮ ਬਦਲ ਗਿਆ ਹੈ। ਉਹਨਾਂ ਸਾਨੂੰ ਦੱਸਿਆ ਕਿ ਮਹਾਰਾਜ ਜੀ ਕਹਿੰਦੇ ਇਹਨਾਂ ਤੋਂ ਗ੍ਰਹਿਸਥ ਦੇ ਫਰਜ਼ ਪੂਰੇ ਨਹੀਂ ਹੋਣੇ। ਜੇ ਤੁਸੀਂ ਚਾਹੁੰਦੇ ਤਾਂ ਮਹਾਰਾਜ ਜੀ ਤੋਂ ਦੁਬਾਰਾ ਹੁਕਮ ਲੈ ਲੈਂਦੇ ਹਾਂ। ਅਸੀਂ ਕਿਹਾ ਜੀ ਨਹੀਂ, ਜੋ ਮਹਾਰਾਜ ਜੀ ਦਾ ਹੁਕਮ ਹੈ ਸਾਨੂੰ ਪ੍ਰਵਾਨ ਹੈ। ਬਾਬਾ ਜੀ ਤੋਂ ਛੁੱਟੀ ਲੈ ਕੇ ਅਸੀਂ ਵਾਪਸ ਕੈਨੇਡਾ ਆਪਣੇ ਘਰ ਪਹੁੰਚ ਗਏ। ਅਸੀਂ ਆਪਣੇ ਘਰ ਵਿੱਚ ਸੰਪਟ ਪਾਠ, ਅਖੰਡ ਪਾਠ, ਸਹਿਜ ਪਾਠ, ਸੁਖਮਣੀ ਸਾਹਿਬ, ਚੌਪਈ ਸਾਹਿਬ, ਮੂਲ ਮੰਤਰ ਦੇ ਜਾਪ ਕਰਦੇ ਰਹਿੰਦੇ ਸਾਂ। ਹਰ ਸਮੇਂ ਕੋਈ ਨਾ ਕੋਈ ਜਾਪ ਦਾ ਸਿਲਸਿਲਾ ਚੱਲਦਾ ਰਹਿੰਦਾ ਸੀ। ਅਸੀਂ 6 ਅਖੰਡ ਪਾਠ ਸਾਹਿਬ ਦੀ ਲੜੀ ਚਲਾਉਣ ਦਾ ਵਿਚਾਰ ਬਣਾਇਆ ਤਾਂ ਪ੍ਰੀਤਮ ਕੌਰ ਕਹਿਣ ਲੱਗੇ ਕਿ ਆਪਾਂ ਇਕੱਲਿਆਂ ਨੂੰ ਔਖਾ ਹੈ, ਆਪਾਂ ਪਾਠੀ ਸਿੰਘ ਅਤੇ ਸੇਵਾਦਾਰਾਂ ਨੂੰ ਨਾਲ ਲੈ ਲਈਏ। ਅਸੀਂ ਵੈਨਕੂਵਰ ਤੋਂ 5 ਸਿੰਘਾਂ ਨਾਲ ਗੱਲ ਕਰ ਲਈ। ਜਿਸ ਦਿਨ ਅਖੰਡ ਪਾਠ ਕਰਨੇ ਸਨ, ਵੈਨਕੂਵਰ ਦੇ ਰਸਤੇ ਵਿੱਚ ਬਹੁਤ ਵੱਡੀ ਪਹਾੜੀ ਡਿੱਗ ਪਈ ਅਤੇ ਰਸਤਾ ਬੰਦ ਹੋ ਗਿਆ। ਜਿਨ੍ਹਾਂ ਸੇਵਾਦਾਰਾਂ ਨੇ ਆਉਣਾ ਸੀ ਉਹ ਆ ਨਾ ਸਕੇ। ਇਸ ਤਰ੍ਹਾਂ ਇਹ 13 ਦਿਨਾਂ ਵਿੱਚ 6 ਅਖੰਡ ਪਾਠ ਸਾਨੂੰ ਦੋਨਾਂ ਜੀਆਂ ਨੂੰ ਹੀ ਕਰਨੇ ਪਏ। ਜਿਸ ਦਿਨ 6ਵੇਂ ਅਖੰਡ ਪਾਠ ਸਾਹਿਬ ਦਾ ਭੋਗ ਪਿਆ, ਉਸ ਦਿਨ ਰਸਤਾ ਵੀ ਖੁੱਲ੍ਹ ਗਿਆ। ਇਹਨਾਂ 6 ਅਖੰਡ ਪਾਠਾਂ ਦੀ ਸੇਵਾ ਮਹਾਰਾਜ ਜੀ ਨੇ ਆਪ ਹਾਜ਼ਰ ਨਾਜ਼ਰ ਵਰਤ ਕੇ ਸਾਡੇ ਕੋਲੋਂ ਸੰਪੂਰਨ ਕਰਵਾ ਲਈ। ਕਦੇ ਕਦਾਈ ਦਿਨ ਸਮੇਂ ਸਕੂਮੈਸ ਗੁਰਦੁਆਰਾ ਸਾਹਿਬ ਵਿਖੇ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ
ਘਰੋਂ ਪੈਦਲ ਤੁਰ ਕੇ ਚਲੇ ਜਾਣਾ। ਰਸਤੇ ਵਿੱਚ ਲਗਭਗ 1 ਘੰਟਾ ਲੱਗਦਾ ਸੀ। ਇੱਕ ਦਿਨ ਬੜੀ ਅਜੀਬ ਘਟਨਾ ਵਾਪਰੀ। ਗੁਰਦੁਆਰਾ ਸਾਹਿਬ ਵਿਖੇ ਜਦੋਂ ਦਰਬਾਰ ਸਾਹਿਬ ਵਿੱਚ ਵੜਨ ਲੱਗਾ ਤਾਂ ਇੱਕ ਆਵਾਜ਼ ਆਈ ਕਿ ਲੰਬਾ ਪੈ ਕੇ ਨੱਕ ਰਗੜ ਕੇ ਜਾ। ਹੁਕਮ ਮੰਨ ਕੇ ਦਾਸ ਲੰਬਾ ਪੈ ਗਿਆ ਅਤੇ ਨੱਕ ਰਗੜਦਾ ਹੋਇਆ ਮਹਾਰਾਜ ਜੀ ਦੇ ਪ੍ਰਕਾਸ਼ ਸਥਾਨ ਤੇ ਪਹੁੰਚਾ। ਫਿਰ ਹੁਕਮ ਹੋਇਆ ਕਿ ਇਸੇ ਤਰ੍ਹਾਂ 7 ਪ੍ਰਕਰਮਾਂ ਕਰ। ਹੁਕਮ ਮੰਨ ਕੇ ਨੱਕ ਰਗੜਦੇ ਹੋਏ 7 ਪ੍ਰਕਰਮਾਂ ਕੀਤੀਆਂ। ਇਸ ਸਾਰੀ ਪ੍ਰਕਿਰਿਆ ਵਿੱਚ ਕਾਫੀ ਸਮਾਂ ਲੱਗ ਗਿਆ। ਇੰਨੇ ਸਮੇਂ ਵਿੱਚ ਕੋਈ ਵੀ ਪ੍ਰਾਣੀ ਗੁਰਦੁਆਰਾ ਸਾਹਿਬ ਵਿੱਚ ਨਹੀਂ ਆਇਆ। ਅਪ੍ਰੈਲ 1995 ਵਿੱਚ ਭਾਰਤ ਤੇ ਪਾਕਿਸਤਾਨ ਦੇ ਸਾਰੇ ਗੁਰਧਾਮਾਂ ਦੀ ਯਾਤਰਾ ਕੀਤੀ ਅਤੇ 2006 ਵਿੱਚ ਹੇਮਕੁੰਟ ਸਾਹਿਬ ਜੀ ਦੀ ਯਾਤਰਾ ਕੀਤੀ। ਅਗਸਤ 1996 ਤੋਂ ਜੁਲਾਈ 2006 ਤੱਕ ਸੰਤ ਬਾਬਾ ਸਵਰਨ ਸਿੰਘ ਜੀ ਦੀ ਸੰਗਤ ਕਰਦੇ ਰਹੇ। ਉਹ ਹਰ ਸਾਲ ਵੈਨਕੂਵਰ ਕੈਨੇਡਾ ਆਉਂਦੇ ਸਨ। ਉਸ ਸਮੇਂ ਉਹਨਾਂ ਦੀ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਸੀ। ਸੰਤ ਬਾਬਾ ਸਾਧੂ ਸਿੰਘ ਜੀ ਸੰਤ ਆਸ਼ਰਮ ਈਸ਼ਰ ਭਵਨ ਛਾਹੜ ਸਾਹਿਬ ਵਾਲਿਆਂ ਦੀ ਸੰਗਤ ਬਚਪਨ ਵਿੱਚ ਹੀ ਮਿਲ ਗਈ ਸੀ, ਜਦੋਂ ਸਾਡੇ ਪਿੰਡ ਜਲਵਾਣਾ ਵਿਖੇ ਪ੍ਰਾਇਮਰੀ ਸਕੂਲ ਵਿੱਚ ਅਧਿਆਪਕ ਨਿਯੁਕਤ ਹੋਏ ਸਨ। ਬਾਬਾ ਜੀ ਜਦੋਂ 1998 ਵਿੱਚ ਵੈਨਕੂਵਰ ਆਏ, ਉਸ ਸਮੇਂ ਅਤੇ ਬਾਅਦ ਵਿੱਚ ਜਦੋਂ ਵੀ ਵੈਨਕੂਵਰ ਆਉਂਦੇ ਤਾਂ ਉਹਨਾਂ ਦੀ ਸੰਗਤ ਦਾ ਸੁਭਾਗ ਸਾਨੂੰ ਪ੍ਰਾਪਤ ਹੁੰਦਾ ਰਹਿੰਦਾ। ਬਿਰਧ ਅਵਸਥਾ ਹੋਣ ਕਰਕੇ ਹੁਣ ਬਾਬਾ ਜੀ ਵਿਦੇਸ਼ ਯਾਤਰਾ ਨਹੀਂ ਕਰਦੇ। ਹੁਣ ਜਦੋਂ ਜੀ ਕਰਦਾ ਹੈ ਟੈਲੀਫੋਨ ਰਾਹੀਂ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰ ਲਈਦਾ ਹੈ। BC ਰੇਲ ਦੀ ਨੌਕਰੀ ਤੋਂ 31/11/2000 ਨੂੰ ਸੇਵਾ ਮੁਕਤ ਹੋਣ ਉਪਰੰਤ 31/7/2001 ਨੂੰ ਸਰੀ BC ਵਿਖੇ ਜੋ ਨਵਾਂ ਘਰ ਬਣਾਇਆ ਸੀ ਉਸ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। 2012 ਵਿੱਚ ਰਾਤ ਨੂੰ ਸੁਪਨੇ ਵਿੱਚ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਹੋਏ। ਉਹਨਾਂ ਨੇ ਸਾਨੂੰ ਹੁਕਮ ਕੀਤਾ ਕਿ ਤੁਸੀਂ 40 ਦਿਨ ਅੰਮ੍ਰਿਤ ਤਿਆਰ ਕਰਕੇ ਛਕੋ, 5 ਬਾਣੀਆਂ ਦਾ ਪਾਠ ਕਰੋ, ਜਲ ਵਿੱਚ ਪਤਾਸੇ ਪਾ ਕੇ ਖੰਡਾ ਫੇਰ ਕੇ ਅੰਮ੍ਰਿਤ ਤਿਆਰ ਕਰਕੇ ਹਰ ਰੋਜ਼ ਛਕੋ। ਅਸੀਂ ਵਾਰੀ-ਵਾਰੀ ਪਾਠ ਕਰਦੇ ਅਤੇ ਦੂਸਰਾ ਪ੍ਰਾਣੀ ਬਾਟੇ ਵਿੱਚ ਖੰਡਾ ਫੇਰਦਾ ਰਹਿੰਦਾ। ਬਾਟੇ ਵਿੱਚ 2 ਗਲਾਸ ਪਾਣੀ ਅਤੇ ਪਤਾਸੇ ਪਾਉਂਦੇ ਹੁੰਦੇ ਸੀ। ਅਸੀਂ ਦੋਨੋਂ ਇੱਕ ਗਲਾਸ ਅੰਮ੍ਰਿਤ ਦਾ ਛਕ ਲੈਂਦੇ ਸੀ। ਇਸ ਤਰ੍ਹਾਂ ਅਸੀਂ ਪੂਰੇ 40 ਦਿਨ ਅੰਮ੍ਰਿਤ ਤਿਆਰ ਕਰਕੇ ਛਕਦੇ ਰਹੇ। 27/10/2013 ਭਗਤੀ ਸੰਪੂਰਨਤਾ ਅਤੇ ਮਿਲਾਪ ਸਮਾਰੋਹ। 27/10/2013 ਭਗਤੀ ਸੰਪੂਰਨਤਾ ਅਤੇ ਮਿਲਾਪ ਸਮਾਰੋਹ ਸਮੇਂ ਸਾਰੀ ਸ੍ਰਿਸ਼ਟੀ ਵਿੱਚੋਂ ਮਹਾਂਪੁਰਖ ਦੇਵਤੇ ਇਕੱਠੇ ਹੋਏ। ਸਾਡੇ ਗੁਰੂ ਜੀ ਨੇ ਸੰਤ ਬਾਬਾ ਸੁਜਾਨ ਸਿੰਘ ਜੀ ਦੀ ਬਹੁਤ ਜੈ ਜੈਕਾਰ ਹੋਈ ਅਤੇ ਫੁੱਲਾਂ ਦੀ ਵਰਖਾ ਹੋਈ। ਜਦੋਂ ਕਿਸੇ ਬੰਦਗੀ ਵਾਲੀ ਰੂਹ ਦੀ ਪਰਮਾਤਮਾ ਵਿੱਚ ਲੀਨਤਾ ਹੁੰਦੀ ਹੈ ਤਾਂ ਸਾਰੀ ਸ੍ਰਿਸ਼ਟੀ ਨੂੰ ਖਬਰ ਹੁੰਦੀ ਹੈ। 23/8/2015 ਆਪਣੇ ਸਰੂਪ ਦੀ ਲਖਤਾ ਭਾਵ ਆਪਣੇ ਸਰੂਪ ਵਿੱਚ ਚਲੇ ਜਾਣਾ। ਜਦੋਂ ਮਨ ਵਾਲੀ ਅਪਵਿੱਤਰ ਸੁਰਤੀ ਸੰਪੂਰਨ ਤੌਰ ਤੇ ਪਵਿੱਤਰ ਹੋ ਜਾਂਦੀ ਹੈ ਤਾਂ ਜਗਿਆਸੂ ਨੂੰ ਆਪਣੇ ਅਸਲ ਸਰੂਪ ਦੀ ਲਖਤਾ ਹੋ ਜਾਂਦੀ ਹੈ। 9/10/2015 ਬਾਬਾ ਜੀ ਵੱਲੋਂ ਅਕਾਲ ਪੁਰਖ ਅੱਗੇ ਅਰਦਾਸ। ਸੰਤ ਬਾਬਾ ਸੁਜਾਨ ਸਿੰਘ ਜੀ ਨੇ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਵਾਹਿਗੁਰੂ ਜੀ, ਆਪ ਜੀ ਦਾ ਸੇਵਕ ਹਾਜ਼ਰ ਹੈ। ਆਪਣੇ ਸੇਵਕ ਨੂੰ ਆਪਣੇ ਚਰਨਾਂ ਵਿੱਚ ਸਮਾ ਲੈਣਾ ਕਰੋ। 28/10/2015 ਸਮਦ੍ਰਿਸ਼ਟੀ ਦੀ ਲਖਤਾ ਹੋਣਾ। 28/10/2015 ਨੂੰ ਸਮਦ੍ਰਿਸ਼ਟੀ ਦੀ ਲਖਤਾ ਹੋ ਗਈ। ਸਭ ਕੁਝ ਇੱਕ ਹੀ ਦਿਸਣਾ ਅਤੇ ਇੱਕ ਹੀ ਹੋ ਜਾਣਾ। ਕੁਝ ਵੀ ਵੱਖਰਾ ਦਿਖਾਈ ਨਹੀਂ ਦਿੰਦਾ, ਸਭ ਕੁਝ ਇੱਕ ਹੀ ਹੋ ਜਾਂਦਾ ਹੈ। ਬੂੰਦ ਸਮੁੰਦਰ ਵਿੱਚ ਸਮਾ ਜਾਂਦੀ ਹੈ, ਬਖਰੇਵੇਂ ਵਾਲੀ ਹਸਤੀ ਮਿਟ ਜਾਂਦੀ ਹੈ। 13/11/2015 ਅਨੰਤ ਦੀ ਸੈਰ। ਜਿਸ ਜਗਿਆਸੂ ਦੀ ਭਗਤੀ ਸੰਪੂਰਨ ਹੋ ਜਾਂਦੀ ਹੈ ਉਸ ਨੂੰ ਸਾਰੇ ਬ੍ਰਹਿਮੰਡ ਦੀ ਸੈਰ ਕਰਵਾਈ ਜਾਂਦੀ ਹੈ। ਹਰ ਰੋਜ਼ 365 ਦਿਨਾਂ ਵਿੱਚ ਕਿਸੇ ਨਾ ਕਿਸੇ ਨੂੰ ਜਿਸ ਦੀ ਬੰਦਗੀ ਸੰਪੂਰਨ ਹੋ ਜਾਂਦੀ ਹੈ ਉਸ ਪ੍ਰਾਣੀ ਨੂੰ ਉਸ ਦਾ ਗੁਰੂ ਅਨੰਤ ਵਿੱਚ ਲੈ ਕੇ ਜਾਂਦਾ ਹੈ। ਬਾਬਾ ਜੀ ਨੇ ਮੈਨੂੰ 13/11/2015 ਨੂੰ ਸਾਰੇ ਬ੍ਰਹਿਮੰਡ ਦੀ ਯਾਤਰਾ ਕਰਵਾਈ। 3/3/2016 ਸਾਰੀ ਸ੍ਰਿਸ਼ਟੀ ਵਿੱਚੋਂ ਬਹੁਤ ਸਾਰੇ ਮਹਾਂਪੁਰਸ਼ ਆਏ। ਉਹਨਾਂ ਨੇ ਮੇਰਾ ਬਹੁਤ ਸਤਿਕਾਰ ਕੀਤਾ। ਉਹਨਾਂ ਨੇ ਮੈਨੂੰ ਇੱਕ ਚੋਲਾ ਦਿੱਤਾ, ਨਾਲ ਹੀ ਮੇਰੇ ਗਲ ਹਜੂਰੀਆ
ਅਤੇ ਫੁੱਲਾਂ ਦੇ ਹਾਰ ਪਾਏ ਅਤੇ ਬਹੁਤ ਖੁਸ਼ੀਆਂ ਬਖਸ਼ਿਸ਼ ਕੀਤੀਆਂ। 24/7/2016 ਨੂੰ ਮੇਰੇ ਗੁਰੂ ਬਾਬਾ ਸੁਜਾਨ ਸਿੰਘ ਜੀ ਨੇ ਹੁਕਮ ਕੀਤਾ ਕਿ ਤੇਰੇ ਪਾਸ ਤਨ ਮਨ ਧਨ ਜੋ ਵੀ ਹੈ ਸਾਨੂੰ ਅਰਪਣ ਕਰ ਦੇ। ਹੱਥ ਜੋੜ ਕੇ ਬੇਨਤੀ ਕੀਤੀ ਕਿ ਮੇਰੇ ਪਾਸ ਜੋ ਕੁਝ ਵੀ ਹੈ ਸਭ ਕੁਝ ਆਪ ਜੀ ਨੂੰ ਸਮਰਪਣ ਕਰਦਾ ਹਾਂ, ਪ੍ਰਵਾਨ ਕਰਨਾ ਜੀ। 13/1/2017 ਨੂੰ ਮੈਂ ਇੱਕ ਉੱਚੀ ਜਗ੍ਹਾ ਵੱਲ ਜਾ ਰਿਹਾ ਸੀ। ਮੈਨੂੰ ਪਿੱਛੋਂ ਆਵਾਜ਼ ਆਈ, ਕਿਹਾ ਜਰਨੈਲ ਸਿੰਘ ਆ। ਮੈਂ ਪਿੱਛੇ ਮੁੜ ਕੇ ਵੇਖਿਆ ਕਿ ਇੱਕ ਬਹੁਤ ਵੱਡੇ ਸਾਰੇ ਕੁੰਡ ਵਿੱਚ ਇੱਕ ਬਹੁਤ ਵੱਡੇ ਕਾਰ ਵਾਲਾ ਕੋਈ ਚੌਂਕੜਾ ਮਾਰੀ ਬੈਠਾ ਹੈ। ਕੁੰਡ ਵਿੱਚ ਪਾਣੀ ਸੀ ਜਾਂ ਖੂਨ ਸੀ, ਮੈਨੂੰ ਨਹੀਂ ਪਤਾ ਲੱਗਾ। ਉਹਨਾਂ ਨੇ ਕਿਹਾ ਜਰਨੈਲ ਸਿੰਘ ਆ। ਮੈਂ ਕਿਹਾ ਹਾਂ ਜੀ। ਫਿਰ ਕਿਹਾ ਜਰਨੈਲ ਸਿੰਘ ਮੈਂ ਫਿਰ ਕਿਹਾ ਹਾਂਜੀ। ਉਹਨਾਂ ਕਿਹਾ ਅਸੀਂ ਤੈਨੂੰ 3 ਵਾਰੀ ਇਸ ਕਰਕੇ ਪੁੱਛਿਆ ਕਿਉਂਕਿ ਅਸੀਂ ਤੈਨੂੰ ਆਪਣੇ ਖੂਨ ਨਾਲ ਇਸ਼ਨਾਨ ਕਰਾਉਣਾ ਹੈ। ਮੈਨੂੰ ਬਿਠਾ ਕੇ ਵੱਡੇ ਸਾਰੇ ਕੁੰਡ ਵਿੱਚੋਂ ਉਹਨਾਂ ਨੇ ਬੁੱਕ ਭਰ ਕੇ ਆਪਣੇ ਖੂਨ ਨਾਲ ਇਸ਼ਨਾਨ ਕਰਵਾਇਆ। ਮੈਨੂੰ ਇਸ਼ਨਾਨ ਕਰਾਉਣ ਉਪਰੰਤ ਉਹ ਅਲੋਪ ਹੋ ਗਏ। ਮੇਰਾ ਸਾਰਾ ਸਰੀਰ ਚਿਪ ਕਰਦਾ ਸੀ। ਉੱਥੇ ਇੱਕ ਟੂਟੀ ਸੀ, ਮੈਂ ਉਸ ਟੂਟੀ ਕੋਲ ਜਾ ਕੇ ਇਸ਼ਨਾਨ ਕਰਨ ਬਾਰੇ ਸੋਚਿਆ। ਫਿਰ ਮੈਨੂੰ ਆਵਾਜ਼ ਆਈ ਇਹ ਕੰਮ ਨਾ ਕਰੀ। ਫਿਰ ਮੈਂ ਇਸ਼ਨਾਨ ਨਹੀਂ ਕੀਤਾ ਅਤੇ ਉਸ ਤਰ੍ਹਾਂ ਹੀ ਕੱਪੜੇ ਪਹਿਨ ਲਏ। 20/2/2017 ਬਾਬਾ ਮੀਹਾਂ ਸਿੰਘ ਜੀ ਨਾਨਕਸਰ ਠਾਠ ਸਿਆੜ ਸਾਹਿਬ ਵਾਲਿਆਂ ਨੇ ਕਿਹਾ ਸਾਡੇ ਨਾਲ ਰਲ ਜਾ ਅਤੇ ਨਾਮ ਜਪਾ। ਮੈਂ ਜਵਾਬ ਦੇ ਦਿੱਤਾ, ਕਿਹਾ ਜੀ ਔਖਾ। ਫਿਰ ਉਹਨਾਂ ਨੇ ਕਿਹਾ ਇੱਕ ਸਿੱਖ ਰੱਖ ਲਈ, ਉਹ ਪ੍ਰਸ਼ਾਦ ਦੇ ਜਾਊ। ਪਰ ਮੈਂ ਫਿਰ ਜਵਾਬ ਦੇ ਦਿੱਤਾ, ਕਿਹਾ ਜੀ ਸੇਵਾ ਨਿਭਾਈ ਨਹੀਂ ਜਾਣੀ, ਇਹ ਸੇਵਾ ਔਖੀ ਹੈ। 16/3/17 ਬਾਬਾ ਸੁਜਾਨ ਸਿੰਘ ਜੀ ਕੋਲ 2 ਨੌਜਵਾਨ ਆਏ। ਉਹਨਾਂ ਕੋਈ ਸੁਨੇਹਾ ਦਿੱਤਾ, ਮੈਨੂੰ ਨਹੀਂ ਪਤਾ ਉਹਨਾਂ ਨੇ ਕੀ ਕਿਹਾ। ਉਹਨਾਂ ਨੂੰ ਬਾਬਾ ਜੀ ਨੇ ਕਿਹਾ ਇਹ ਅਕਾਲ ਸਰੂਪ ਹੋ ਗਏ ਹਨ। ਮੈਂ ਕਿਹਾ ਜੀ ਇਹਦਾ ਸਿਹਰਾ ਮੇਰੇ ਘਰ ਵਾਲੀ ਦੇ ਸਿਰ ਹੈ। ਜਿਸ ਮਰਤਬੇ ਤੇ ਮੈਂ ਅੱਜ ਹਾਂ, ਇਸ ਵਿੱਚ ਮੇਰੀ ਘਰ ਵਾਲੀ ਬੀਬੀ ਪ੍ਰੀਤਮ ਕੌਰ ਦਾ ਬਹੁਤ ਵੱਡਾ ਯੋਗਦਾਨ ਹੈ। ਉਸ ਦੀ ਬਹੁਤ ਵੱਡੀ ਅਤੇ ਸਖਤ ਘਾਲਣਾ ਸਦਕਾ ਇਹ ਸਭ ਕੁਝ ਪ੍ਰਾਪਤ ਹੋਇਆ ਹੈ। 5/1/2019 ਨੂੰ ਜਾਪ ਸ਼ੁਰੂ ਕੀਤਾ, ਜਿਸ ਦਾ 13/2/2019 ਨੂੰ ਭੋਗ ਪਾਇਆ ਗਿਆ। 29/1/2019 ਨੂੰ ਮਹਾਰਾਜ ਜੀ ਨੇ ਚਰਨਾਂ ਦੀ ਪ੍ਰੀਤ ਅਤੇ ਸੇਵਾ ਵਿੱਚ ਬਿਠਾਇਆ ਅਤੇ ਚਰਨਾਂ ਦੀ ਸੇਵਾ ਬਖਸ਼ਿਸ਼ ਕੀਤੀ। 4/2/2019 ਅਭੇਦਤਾ ਦੀ ਬੰਦਗੀ। ਗੁਰੂ ਜੀ ਨੇ ਇੱਕ ਦਰਖਤ ਵਿਖਾਇਆ, ਪੁੱਛਿਆ ਕਿ ਪਛਾਣਿਆ ਇਸ ਨੂੰ? ਮੈਂ ਕਿਹਾ ਨਹੀਂ ਜੀ, ਮੈਂ ਇੱਥੇ ਬਹੁਤ ਲੰਮਾ ਸਮਾਂ 10 ਲੱਖ ਵਰ੍ਹੇ ਦੀ ਸਮਾਧੀ ਲਈ ਸੀ। ਆਪਣੇ ਸਰੂਪ ਵਿੱਚ ਜਾਣ ਤੇ ਮੈਂ ਕਈ ਸਾਲ ਉੱਥੇ ਰਿਹਾ। ਉੱਥੇ ਸਿਰਫ ਆਪ ਹੀ ਆਪ ਸੀ, ਹੋਰ ਕੁਝ ਵੀ ਨਹੀਂ ਸੀ, ਜਿਸ ਕਰਕੇ ਮੇਰਾ ਜੀ ਨਹੀਂ ਸੀ ਲੱਗਦਾ। ਮੈਂ ਬਾਬਾ ਰਾਮ ਸਿੰਘ ਜੀ ਸਿੰਘੜੇ ਵਾਲਿਆਂ ਨੂੰ ਬੇਨਤੀ ਕੀਤੀ ਕਿ ਮੈਂ ਉੱਥੇ ਬੈਠਾ ਹਾਂ, ਇੱਥੇ ਕੁਝ ਵੀ ਨਹੀਂ, ਮੇਰਾ ਇੱਥੇ ਜੀ ਨਹੀਂ ਲੱਗਦਾ, ਮੈਨੂੰ ਕੀ ਕਰਨਾ ਚਾਹੀਦਾ ਹੈ? ਉਹਨਾਂ ਨੇ ਕਿਹਾ ਆਪਣੀ ਗੁਰਸਿੱਖਾਂ ਦੀ ਇੱਥੇ ਟਿਕੇ ਰਹਿਣ ਦੀ ਮਰਿਆਦਾ ਨਹੀਂ, ਇੱਥੇ ਪਹੁੰਚ ਕੇ ਵਾਪਸ ਜਾਣਾ ਚਾਹੀਦਾ ਹੈ। ਵਾਪਸ ਆ ਕੇ ਫਿਰ ਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਰਹਿੰਦੇ ਜੀਵਨ ਤੱਕ ਗੁਰੂ ਜੀ ਦੀ ਉਸਤਤ ਅਤੇ ਸੇਵਾ ਕਰਨੀ ਚਾਹੀਦੀ ਹੈ। ਉਹਨਾਂ ਦਾ ਹੁਕਮ ਮੰਨ ਕੇ ਮੈਂ ਹੇਠ ਉਤਰ ਆਇਆ ਅਤੇ ਗੁਰੂ ਚਰਨਾਂ ਵਿੱਚ ਬੈਠ ਕੇ ਗੁਰੂ ਜੀ ਦੀ ਸੇਵਾ ਅਤੇ ਉਸਤਤ ਕਰਨੀ ਆਰੰਭ ਕਰ ਦਿੱਤੀ। ਇੱਕ ਦਿਨ ਮੈਨੂੰ ਆਵਾਜ਼ ਆਈ ਕਿ ਉੱਪਰ ਜਾਣ ਸਮੇਂ ਜੋ ਸਭ ਕੁਝ ਖਾਲੀ ਕੀਤਾ ਸੀ ਉਹ ਖਾਲੀ ਨਹੀਂ ਰਹਿ ਸਕਦਾ, ਉਸ ਨੂੰ ਭਰਨਾ ਪੈਣਾ ਹੈ। ਮੈਂ ਬੇਨਤੀ ਕੀਤੀ ਕਿ ਜੀ ਮੈਨੂੰ ਤਾਂ ਕੁਝ ਨਹੀਂ ਪਤਾ, ਤੁਸੀਂ ਦੱਸੋ ਜੋ ਕੁਝ ਵੀ ਕਰਨਾ ਹੈ। ਜਾਪ 27/2/2019 ਨੂੰ ਸ਼ੁਰੂ ਕੀਤਾ ਅਤੇ 6/4/19 ਨੂੰ ਭੋਗ ਪਾਇਆ। 11/3/19 ਜਦੋਂ ਸਿਮਰਨ ਵਿੱਚ ਬੈਠਾ ਤਾਂ ਖੱਬੇ ਹੱਥ ਗੁਰੂ ਨਾਨਕ ਸਾਹਿਬ ਜੀ, ਬਾਬਾ ਸੁਜਾਨ ਸਿੰਘ ਜੀ, ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ, ਬਾਬਾ ਅਤਰ ਸਿੰਘ ਜੀ, ਬਾਬਾ ਸਵਰਨ ਸਿੰਘ ਜੀ, ਸਾਰੇ ਸਾਹਮਣੇ ਦੀ ਬਜਾਏ ਮੇਰੇ ਖੱਬੇ ਪਾਸੇ ਖੜੇ ਹੋ ਗਏ, ਜਦੋਂ ਕਿ ਹਰ ਰੋਜ਼ ਸਾਹਮਣੇ ਹੁੰਦੇ ਸਨ। ਸਾਹਮਣੇ ਤੋਂ 2 ਇੰਚ ਮੋਟੀ 10 ਇੰਚ ਚੌੜੀ ਬੈਲਟ ਰਾਹੀਂ ਮੇਰੇ ਅੰਦਰ ਮਿੱਟੀ ਜੋ ਕਿ ਗੁਲਾਬੀ ਰੰਗ ਦੀ ਸੀ ਪਾਉਣੀ ਸ਼ੁਰੂ ਕਰ ਦਿੱਤੀ, ਜੋ 1.5 ਘੰਟਾ ਮੇਰੇ ਅੰਦਰ ਪੈਂਦੀ ਰਹੀ। 12/3/19
ਗੁਰੂ ਨਾਨਕ ਸਾਹਿਬ ਜੀ, ਬਾਬਾ ਸੁਜਾਨ ਸਿੰਘ ਜੀ, ਬਾਬਾ ਈਸ਼ਰ ਸਿੰਘ। 12/3/2019 ਗੁਰੂ ਨਾਨਕ ਸਾਹਿਬ ਜੀ, ਬਾਬਾ ਸੁਜਾਨ ਸਿੰਘ ਜੀ, ਬਾਬਾ ਈਸ਼ਰ ਸਿੰਘ ਜੀ, ਬਾਬਾ ਅਤਰ ਸਿੰਘ ਜੀ, ਬਾਬਾ ਸਵਰਨ ਸਿੰਘ ਜੀ ਫਗਵਾੜੇ ਵਾਲੇ, ਪੰਜਾਂ ਨੇ ਇੱਕ ਬੀਜ ਦਾ ਰੂਪ ਧਾਰਨ ਕਰ ਲਿਆ। ਫਿਰ ਇਸ ਬੀਜ ਨੂੰ ਜੋ ਮਿੱਟੀ ਪਾਈ ਸੀ ਉਸ ਵਿੱਚ ਬੀਜ ਦਿੱਤਾ। ਫਿਰ 10ਵੇਂ ਪਾਤਸ਼ਾਹ ਜੀ ਨੇ ਸਭ ਕੁਝ ਚੁੱਕ ਕੇ ਆਪਣੇ ਅੰਦਰ ਰੱਖ ਲਿਆ। ਫਿਰ 38ਵੇਂ ਦਿਨ ਬੇਨਤੀ ਕੀਤੀ ਕਿ ਮਹਾਰਾਜ ਜੀ ਅੱਗੇ ਬੈਠੋ ਤਾਂ ਕਿ ਤੁਹਾਡੀ ਚਰਨ ਸੇਵਾ ਕਰ ਸਕਾਂ। ਮਹਾਰਾਜ ਜੀ ਕਹਿੰਦੇ ਤੇਰੇ ਅੰਦਰ ਵੀ ਅਸੀਂ ਆ, ਬਾਹਰ ਵੀ ਅਸੀਂ ਆ, ਹੋਰ ਦੱਸ ਕੀ ਚਾਹੁੰਦਾ। ਬੇਨਤੀ ਕੀਤੀ ਮਹਾਰਾਜ ਜੀ ਚਰਨਾਂ ਵਿੱਚ ਬੈਠਣ ਦੇ। ਬੇਨਤੀ ਕੀਤੀ ਮਹਾਰਾਜ ਜੀ ਚਰਨਾਂ ਵਿੱਚ ਬੈਠਣ ਤੋਂ ਬਿਨਾ ਮੇਰਾ ਜੀ ਨਹੀਂ ਲੱਗਦਾ, ਮੈਨੂੰ ਚਰਨਾਂ ਵਿੱਚ ਬਿਠਾ ਕੇ ਚਰਨਾਂ ਦੀ ਸੇਵਾ ਬਖਸ਼ਿਸ਼ ਕਰੋ। 25/2/19 ਨੂੰ ਮਹਾਰਾਜ ਜੀ ਨੇ ਪਲੰਗ ਦੀ ਸੇਵਾ ਮਾਛੀਵਾੜਾ ਸਾਹਿਬ ਤੋਂ ਆਲਮਗੀਰ ਸਾਹਿਬ ਤੱਕ ਦੀ ਬਖਸ਼ਿਸ਼ ਕੀਤੀ। ਇਹ ਸੇਵਾ 4 ਦਿਨ ਚੱਲਦੀ ਰਹੀ। 5ਵੇਂ ਦਿਨ ਪੂਰੇ ਜਾਹੋ ਜਲਾਲ ਵਿੱਚ ਬਣ ਠਣ ਕੇ ਪੂਰੇ ਸ਼ਸਤਰ ਧਾਰਨ ਕਰਕੇ ਸਾਰਾ ਪਰਿਵਾਰ, 5 ਪਿਆਰੇ, 40 ਮੁਕਤੇ ਅਤੇ ਹੋਰ ਪੁਰਾਤਨ ਸ਼ਹੀਦ ਬਾਬਾ ਦੀਪ ਸਿੰਘ ਜੀ ਅਤੇ ਹੋਰ ਸਿੰਘਾਂ ਸਮੇਤ ਆਏ। ਕਿਹਾ ਅੱਜ ਇੱਥੇ ਹੀ ਸੈਰ ਕਰਵਾਓ। ਸੈਰ ਕਰਨ ਉਪਰੰਤ ਕਿਹਾ ਅਸੀਂ ਖੁਸ਼ ਹਾਂ, ਹੁਣ ਅਸੀਂ ਨਹੀਂ ਆ ਕਰਨਾ, ਤੁਹਾਡੀ ਸੇਵਾ ਪ੍ਰਵਾਨ ਹੈ। ਲਗਭਗ 4 ਮਹੀਨੇ ਬਾਅਦ ਇਹ ਬੀਜ ਪੈਦਾ ਹੋਇਆ ਅਤੇ ਅਸਮਾਨ ਵਿੱਚ ਫੈਲਣ ਲੱਗਾ। ਇਸ ਬਿਰਛ ਦਾ ਤਣਾ, ਟਾਹਣੀਆਂ ਅਤੇ ਪੱਤੇ ਸਭ ਕੁਝ ਚਿੱਟੇ ਸਫੈਦ ਰੰਗ ਦੇ ਹਨ। ਇਹ ਬਿਰਛ ਸਾਰੇ ਸੰਸਾਰ ਉੱਪਰ ਫੈਲ ਰਿਹਾ ਹੈ। ਸਾਰੇ ਸੰਸਾਰ ਦੇ ਅਵਤਾਰ, ਦੇਵਤੇ, ਪੀਰ, ਪੈਗੰਬਰ ਆਦਿ ਇਸ ਬਿਰਖ ਦੇ ਨੀਚੇ ਬੈਠੇ ਹਨ। ਮਹਾਰਾਜ ਜੀ ਨੇ ਸਾਰੇ ਧਰਮਾਂ ਦੇ ਪੈਗੰਬਰਾਂ ਨੂੰ ਲਗਭਗ 25-30 ਪੀਰ ਪੈਗੰਬਰਾਂ ਨੂੰ ਇਸ ਬਿਰਛ ਥੱਲੇ ਬਿਠਾ ਦਿੱਤਾ। ਮਹਾਰਾਜ ਜੀ ਨੇ ਸਾਰੇ ਧਰਮਾਂ ਦੇ ਪੈਗੰਬਰਾਂ ਸਮੇਤ ਲਗਭਗ 25-30 ਪੈਗੰਬਰਾਂ ਨੂੰ ਇਸ ਬਿਰਛ ਥੱਲੇ ਬਿਠਾ ਦਿੱਤਾ। ਇਹ ਬਿਰਖ ਫੈਲ ਰਿਹਾ ਹੈ ਅਤੇ ਠੰਡ ਵਰਤਾ ਰਿਹਾ ਹੈ। ਜਦੋਂ ਸਿਮਰਨ ਵਿੱਚ ਬੈਠਦੇ ਸਾਂ ਉਸ ਸਮੇਂ 10 ਪਾਤਸ਼ਾਹੀਆਂ ਅਤੇ ਮਹਾਂਪੁਰਸ਼ ਕਦੇ ਕੋਈ ਆਉਂਦੇ ਰਹਿੰਦੇ ਸਨ। ਇੱਕ ਦਿਨ 9ਵੇਂ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਤੁਸੀਂ ਗੁਰਦੁਆਰਾ ਸੀਸਗੰਜ ਸਾਹਿਬ ਆ ਕੇ ਜਾਪ ਕਰਿਆ ਕਰੋ। ਹੁਕਮ ਮੰਨ ਕੇ ਉਸ ਬਾਅਦ ਵਿੱਚ 26/5/2020 ਤੋਂ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਵਿਖੇ ਜਾਪ ਕਰਨਾ ਸ਼ੁਰੂ ਕਰ ਦਿੱਤਾ। ਦਿੱਲੀ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਹੇਠਾਂ ਉਤਰ ਕੇ ਜਿੱਥੇ ਸ਼ਹੀਦੀ ਥੜਾ ਹੈ ਜਾਪ ਕਰਵਾਏ। ਥੜੇ ਉੱਪਰ ਸੰਤ ਬਾਬਾ ਸੁਜਾਨ ਸਿੰਘ ਜੀ ਬੈਠਦੇ ਸਨ। ਉਹਨਾਂ ਦੇ ਸਾਹਮਣੇ ਮੈਂ ਬੈਠਦਾ ਅਤੇ ਜਾਪ ਕਰਦਾ ਹਾਂ। ਪਹਿਲੀ ਪਾਲ ਵਿੱਚ ਬਾਬਾ ਆਨੰਦ ਸਿੰਘ ਜੀ, ਬਾਬਾ ਖੇਮ ਸਿੰਘ ਜੀ, ਬਾਬਾ ਈਸ਼ਰ ਸਿੰਘ ਜੀ, ਬਾਬਾ ਮੀਹਾ ਸਿੰਘ ਜੀ। ਦੂਜੀ ਪਾਲ ਵਿੱਚ ਬਾਬਾ ਮਹਾਹਰਨਾਮ ਸਿੰਘ ਜੀ, ਬਾਬਾ ਅਤਰ ਸਿੰਘ ਜੀ, ਬਾਬਾ ਈਸ਼ਰ ਸਿੰਘ ਜੀ ਹੁੰਦੇ। ਉਸ ਤੋਂ ਉੱਪਰ ਦਸ਼ੇ ਪਾਤਸ਼ਾਹੀਆਂ ਅਤੇ ਸਾਰੇ ਸਰੂਪਾਂ ਦੇ ਉੱਪਰ ਦੀ ਮਾਤਾ ਸਾਹਿਬ ਕੌਰ ਜੀ ਹੁੰਦੇ ਅਤੇ ਅੰਬਰਾਂ ਵਿੱਚੋਂ ਪਰੀਆਂ ਅਤੇ ਦੇਵਤੇ ਫੁੱਲ ਬਰਸਾਉਂਦੇ ਹੁੰਦੇ। ਗੁਰਦੁਆਰਾ ਸਾਹਿਬ ਦੇ ਚੁਫੇਰੇ ਬਾਹਰਵਾਰ ਸ਼ਹੀਦ ਸਿੰਘਾਂ ਦਾ ਪਹਿਰਾ ਹੁੰਦਾ ਸੀ। ਪਹਿਲਾ ਜਾਪ 13/4/20 ਤੋਂ 13/4/2020 ਤੋਂ 22/5/2020 ਤੱਕ। ਦੂਸਰਾ ਜਾਪ 26/5/20 ਤੋਂ 27/4/20 ਤੱਕ। ਤੀਸਰਾ ਜਾਪ 5/7/20 ਤੋਂ 13/8/20 ਤੱਕ। ਚੌਥਾ ਜਾਪ 19/8/20 ਤੋਂ 27/9/20 ਤੱਕ। ਪੰਜਵਾਂ ਜਾਪ 1/10/20 ਤੋਂ 9/11/20 ਤੱਕ। 20/10/2020 ਦੇ ਜਾਪ ਸਮੇਂ ਸਾਰੇ ਮਹਾਂਪੁਰਸ਼ ਆਪਸ ਵਿੱਚ ਵਿਚਾਰ ਕਰਦੇ ਸਨ ਕਿ ਕਿਸੇ ਉੱਚੀ ਆਤਮਾ ਨੂੰ ਸ਼ਹੀਦੀ ਦੇਣੀ ਪੈਣੀ ਹੈ। ਸ਼ਹੀਦੀ ਦੇਣ ਲਈ ਮੈਂ ਆਪਣੀ ਸਹਿਮਤੀ ਦੇ ਦਿੱਤੀ। ਉਹਨਾਂ ਮੈਨੂੰ ਕਿਹਾ ਕਿ ਤੇਰੀ ਸ਼ਹੀਦੀ ਨਹੀਂ ਹੋ ਸਕਦੀ ਕਿਉਂਕਿ ਤੈਨੂੰ ਕੋਈ ਨਹੀਂ ਜਾਣਦਾ। ਸ਼ਹੀਦੀ ਕਿਸੇ ਮੰਨੇ ਪਰਮੰਨੇ ਬੰਦਗੀ ਵਾਲੇ ਦੀ ਹੋਣੀ ਚਾਹੀਦੀ ਹੈ। ਛੇਵਾਂ ਜਾਪ 16/11/2020 ਜਾਪ ਸ਼ੁਰੂ ਕਰਵਾ ਕੇ ਕਹਿ ਗਏ ਕਿ ਹੁਣ ਅਸੀਂ 1 ਦਸੰਬਰ ਨੂੰ ਆਵਾਂਗੇ। ਫਿਰ 1 ਦਸੰਬਰ ਨੂੰ ਆ ਕੇ ਕਹਿ ਗਏ ਕਿ ਹੁਣ ਤੂੰ ਵਾਪਸ ਚਲਾ ਜਾ, ਹੁਣ ਅਸੀਂ ਨਹੀਂ ਆਇਆ ਕਰਨਾ। ਇਸ ਜਾਪ ਦਾ ਭੋਗ 26/12/2020 ਨੂੰ ਪਾਇਆ ਗਿਆ। 7ਵਾਂ ਜਾਪ 5/1
2021 ਨੂੰ ਫਿਰ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਸ਼ੁਰੂ ਹੋਇਆ, ਜਿਸ ਦਾ ਭੋਗ 13/2/2021 ਨੂੰ ਪਾਇਆ ਗਿਆ। ਥੜੇ ਉੱਪਰ ਸੰਤ ਬਾਬਾ ਸੁਜਾਨ ਸਿੰਘ ਜੀ ਬੈਠਦੇ ਸਨ। ਉਹਨਾਂ ਦੇ ਸਾਹਮਣੇ ਮੈਂ ਬੈਠ ਕੇ ਜਾਪ ਕਰਦਾ ਹਾਂ। ਪਹਿਲੀ ਪੰਕਤੀ ਵਿੱਚ ਬਾਬਾ ਆਨੰਦ ਸਿੰਘ ਜੀ, ਬਾਬਾ ਰਾਮ ਸਿੰਘ ਜੀ, ਬਾਬਾ ਈਸ਼ਰ ਸਿੰਘ ਜੀ, ਬਾਬਾ ਮੀਆਂ ਸਿੰਘ ਜੀ। ਦੂਸਰੀ ਪਾਲ ਵਿੱਚ ਬਾਬਾ ਮਹਾਂ ਹਰਨਾਮ ਸਿੰਘ ਜੀ, ਬਾਬਾ ਖੇਮ ਸਿੰਘ ਜੀ, ਬਾਬਾ ਅਤਰ ਸਿੰਘ ਜੀ, ਬਾਬਾ ਈਸ਼ਰ ਸਿੰਘ ਜੀ ਹੁੰਦੇ ਸਨ। ਤੀਸਰੀ ਪਾਲ ਵਿੱਚ ਬਾਬਾ ਸਵਰਨ ਸਿੰਘ ਜੀ, ਬਾਬਾ ਨਿਹਾਲ ਸਿੰਘ ਜੀ, ਬਾਬਾ ਸਾਧੂ ਸਿੰਘ ਜੀ ਸਜਦੇ। ਉੱਪਰ ਦਸੇ ਪਾਤਸ਼ਾਹੀਆਂ ਸਜਦੇ। ਸਭ ਤੋਂ ਉੱਪਰ ਮਾਤਾ ਸਾਹਿਬ ਕੌਰ ਜੀ ਹੁੰਦੇ। ਚਫੇਰੇ ਬਾਬਾ ਦੀਪ ਸਿੰਘ ਜੀ, ਬਾਬਾ ਬੰਦਾ ਸਿੰਘ ਬਹਾਦਰ ਜੀ, ਭਾਈ ਮਨੀ ਸਿੰਘ ਜੀ, ਭਾਈ ਤਾਰੂ ਸਿੰਘ ਜੀ, ਭਾਈ ਮਹਾ ਸਿੰਘ ਜੀ ਅਤੇ ਹੋਰ ਸਾਰੇ ਸ਼ਹੀਦ ਸਿੰਘਾਂ ਦਾ ਪਹਿਰਾ ਹੁੰਦਾ ਹੈ। ਅੰਬਰਾਂ ਵਿੱਚੋਂ ਪਰੀਆਂ ਅਤੇ ਦੇਵਤੇ ਫੁੱਲ ਬਰਸਾਉਂਦੇ ਹਨ। ਇਸ ਵਿੱਚ ਇੱਕ ਹੋਰ ਅਨੋਖੀ ਗੱਲ ਵਾਪਰ ਰਹੀ ਸੀ ਕਿ ਸਾਰੀ ਸ੍ਰਿਸ਼ਟੀ ਮੇਰੇ ਨਾਲ ਬੈਠ ਕੇ ਜਾਪ ਕਰਦੀ ਹੁੰਦੀ ਸੀ। ਇਹ 40 ਦਿਨਾਂ ਦੇ ਜਾਪ ਦਾ ਵਿਧੀ ਵਿਧਾਨ ਪਹਿਲੇ ਪਾਠਾਂ ਨਾਲੋਂ ਵੱਖਰਾ ਸੀ, ਜਿਸ ਨੂੰ ਸ਼ੁਰੂ ਕਰਨ ਲਈ 12:37 ਤੇ ਜਦੋਂ ਗੁਰਦੁਆਰਾ ਸਾਹਿਬ ਵਿਖੇ ਜਾਈਦਾ ਹੈ ਤਾਂ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ, ਮਾਤਾ ਸਾਹਿਬ ਕੌਰ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ, ਬਾਬਾ ਸੁਜਾਨ ਸਿੰਘ ਜੀ ਆਕਾਸ਼ ਵਿੱਚ ਹੁੰਦੇ ਹਨ। ਆਕਾਸ਼ ਵਿੱਚ ਉਹਨਾਂ ਨੂੰ ਨਮਸਕਾਰ ਕਰਕੇ ਉਹਨਾਂ ਤੋਂ ਚਰਨਾਂ ਵਿੱਚ ਬੈਠਣ ਦੀ ਆਗਿਆ ਲੈਣੀ। ਫਿਰ ਹੇਠਾਂ ਉਤਰ ਕੇ ਫੁੱਲਾਂ ਦੀ ਦੁਕਾਨ ਤੋਂ ਫੁੱਲ ਲੈ ਕੇ ਚਰਨ ਗੰਗਾ 'ਚ ਪੈਰ ਧੋ ਕੇ ਪੌੜੀਆਂ ਚੜ੍ਹ ਕੇ ਉੱਪਰ ਜਾਂਦੇ ਸਨ। ਉੱਪਰ ਪੌੜੀਆਂ ਉੱਪਰ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਹੁੰਦੇ ਸਨ। ਉਹਨਾਂ ਨੂੰ ਨਮਸਕਾਰ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਥਾਨ ਤੇ ਜਾ ਕੇ ਮੱਥਾ ਟੇਕਦਾ ਸੀ। ਉਸ ਸਮੇਂ ਬਾਬਾ ਆਨੰਦ ਸਿੰਘ ਜੀ ਚੌਰ ਸਾਹਿਬ ਦੀ ਸੇਵਾ ਕਰਦੇ ਹੁੰਦੇ ਸਨ। ਮਹਾਰਾਜ ਜੀ ਨੂੰ ਮੱਥਾ ਟੇਕਣ ਉਪਰੰਤ ਦਰਬਾਰ ਸਾਹਿਬ ਵਿੱਚ ਪਿਛਲੇ ਖੱਬੇ ਖੂੰਜੇ ਵਿੱਚ ਜਿੱਥੇ 9ਵੇਂ ਪਾਤਸ਼ਾਹ ਜੀ ਦਾ ਪਲੰਘ ਸੁਸ਼ੋਭਿਤ ਹੈ, ਉੱਥੇ ਨਮਸਕਾਰ ਕਰਨ ਉਪਰੰਤ 9ਵੇਂ ਪਾਤਸ਼ਾਹ ਜੀ ਦੇ ਸ਼ਹੀਦੇ ਥੜੇ ਨੂੰ ਜਾਣ ਲਈ ਪੌੜੀਆਂ ਪਾਸ ਜਾਂਦੇ ਹਾਂ ਤਾਂ ਉਸ ਸਮੇਂ ਉੱਥੇ ਬਾਬਾ ਅਤਰ ਸਿੰਘ ਜੀ ਹੁੰਦੇ। ਉਹਨਾਂ ਨੂੰ ਨਮਸਕਾਰ ਕਰਕੇ ਹੇਠਾਂ ਦਰਵਾਜ਼ਾ ਖੋਲ੍ਹ ਕੇ ਅੰਦਰ ਸ਼ਹੀਦੀ ਸਥਾਨ ਤੇ ਜਾਂਦੇ ਸਾਂ। ਉੱਥੇ ਬਾਬਾ ਸੁਜਾਨ ਸਿੰਘ ਜੀ ਥੜੇ ਉੱਪਰ ਬਿਰਾਜਮਾਨ ਹੁੰਦੇ ਸਨ। ਉਹਨਾਂ ਦੇ ਪਿੱਛੇ ਬਾਬਾ ਆਨੰਦ ਸਿੰਘ ਜੀ ਹੁੰਦੇ ਸਨ। ਉਹਨਾਂ ਦੇ ਖੱਬੇ ਪਾਸੇ ਬਾਬਾ ਮੀਹਾ ਸਿੰਘ ਜੀ ਅਤੇ ਸੱਜੇ ਪਾਸੇ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਹੁੰਦੇ ਸਨ। ਇਹਨਾਂ ਦੇ ਪਿੱਛੇ ਬਾਬਾ ਮਹਾਂ ਹਰਨਾਮ ਸਿੰਘ ਜੀ ਵਿਚਕਾਰ ਹੁੰਦੇ ਸਨ। ਉਹਨਾਂ ਦੇ ਖੱਬੇ ਹੱਥ ਬਾਬਾ ਈਸ਼ਰ ਸਿੰਘ ਜੀ ਹੁੰਦੇ ਸਨ। ਉਹਨਾਂ ਦੇ ਸੱਜੇ ਹੱਥ ਬਾਬਾ ਅਤਰ ਸਿੰਘ ਜੀ ਹੁੰਦੇ ਸਨ। ਇਹਨਾਂ ਦੇ ਪਿੱਛੇ ਬਾਬਾ ਸਵਰਨ ਸਿੰਘ ਜੀ ਫਗਵਾੜੇ ਵਾਲੇ, ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲੇ, ਬਾਬਾ ਸਾਧੂ ਸਿੰਘ ਜੀ ਛਾੜ ਵਾਲੇ ਹੁੰਦੇ ਸਨ। ਉਸ ਤੋਂ ਅਗਲੀ ਪੰਕਤੀ ਵਿੱਚ ਦਸੇ ਪਾਤਸ਼ਾਹੀਆਂ ਵਿਚਕਾਰ ਗੁਰੂ ਗ੍ਰੰਥ ਸਾਹਿਬ ਜੀ ਸ਼ੋਭਿਤ ਹੁੰਦੇ ਸਨ। ਸਭ ਤੋਂ ਉੱਪਰ ਮਾਤਾ ਸਾਹਿਬ ਕੌਰ ਜੀ ਹੁੰਦੇ ਸਨ। ਆਕਾਸ਼ ਵਿੱਚ ਚੁਫੇਰੇ ਸ਼ਹੀਦ ਬਾਬਾ ਦੀਪ ਸਿੰਘ ਜੀ, ਬਾਬਾ ਬੰਦਾ ਸਿੰਘ ਜੀ ਬਹਾਦਰ, ਬਾਬਾ ਬੰਦਾ ਸਿੰਘ ਬਹਾਦਰ, ਭਾਈ ਮਨੀ ਸਿੰਘ ਜੀ, ਭਾਈ ਸਤੀਦਾਸ ਜੀ, ਭਾਈ ਦਿਆਲਾ ਜੀ ਆਦਿ ਸਾਰੇ ਸ਼ਹੀਦ ਸਿੰਘ ਸੁਰੱਖਿਆ ਲਈ ਤਾਇਨਾਤ ਹੁੰਦੇ ਸਨ। ਸਾਰਿਆਂ ਨੂੰ ਵਾਰੀ-ਵਾਰੀ ਨਮਸਕਾਰ ਕਰਨ ਉਪਰੰਤ ਉਹਨਾਂ ਤੋਂ ਆਗਿਆ ਲੈ ਕੇ ਸਾਰੀ ਸ੍ਰਿਸ਼ਟੀ ਨੂੰ ਅਕਾਲ ਦੀ ਉਸਤਤ ਕਰਨ ਲਈ ਸੱਦਾ ਦਿੱਤਾ ਜਾਂਦਾ ਸੀ, ਕਿਉਂਕਿ ਮਹਾਰਾਜ ਜੀ ਵੱਲੋਂ ਹੁਕਮ ਸੀ ਕਿ ਸਾਰੀ ਸ੍ਰਿਸ਼ਟੀ ਨੂੰ ਨਾਲ ਲੈ ਕੇ ਜਾਪ ਕਰਨਾ ਹੈ। ਅਰਦਾਸ ਕਰਨ ਉਪਰੰਤ ਜਾਪ ਸ਼ੁਰੂ ਕੀਤਾ ਜਾਂਦਾ ਸੀ। ਉਸ ਸਮੇਂ ਮਹਾਰਾਜ ਜੀ ਕੁਝ ਸਮੇਂ ਲਈ ਸਭ ਕੁਝ ਅਲੋਪ ਕਰ ਦਿੰਦੇ ਸਨ। ਸਭ ਕੁਝ ਆਕਾਰ ਰਹਿਤ ਹੋ ਜਾਂਦਾ ਸੀ। ਫਿਰ ਕੁਝ ਸਮੇਂ ਬਾਅਦ ਸਭ ਕੁਝ ਆਕਾਰ ਵਿੱਚ ਆ ਜਾਂਦਾ ਸੀ ਅਤੇ ਜਾਪ ਸ਼ੁਰੂ ਹੋ ਜਾਂਦਾ ਸੀ। ਇਸ 40 ਦਿਨਾਂ ਦੇ ਜਾਪ ਦਾ ਭੋਗ 7/4/2021 ਨੂੰ ਪਾਇਆ ਗਿਆ। ਗੁਰਦੁਆਰਾ ਸੰਤ ਆਸ਼ਰਮ ਈਸ਼ਰ ਭਵਨ ਛਾਹੜ ਸਾਹਿਬ ਵਿਖੇ 5 ਅਖੰਡ ਪਾਠ ਸਾਹਿਬ, ਜਪਜੀ ਸਾਹਿਬ ਸਮੇਤ ਹੇਠਾਂ ਦਿੱਤੀਆਂ ਤਰੀਕਾਂ ਅਨੁਸਾਰ ਜਾਪ ਕੀਤੇ ਗਏ, ਜੋ ਕਿ ਸੇਵਾ ਭੇਜ ਕੇ ਕਰਵਾਏ ਗਏ। ਪ੍ਰਕਾਸ਼ 22/4/21 ਨੂੰ, ਭੋਗ 24/4/21, ਪ੍ਰਕਾਸ਼ 2/5/21, ਭੋਗ 4/5/21, ਪ੍ਰਕਾਸ਼ 4/5/21, ਭੋਗ 6/5/21, ਪ੍ਰਕਾਸ਼ 10/5/21, ਭੋਗ 12/5/21, ਪ੍ਰਕਾਸ਼ 12/5/21, ਭੋਗ 14/5/21। ਇਹਨਾਂ ਪਾਠਾਂ ਉਪਰੰਤ ਮਹਾਰਾਜ ਜੀ ਨੇ ਜਾਪ ਸਮਾਗਮ ਸ਼ੁਰੂ ਕਰਵਾਏ, ਜਿਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ। ਪਹਿਲਾ ਜਾਪ ਸਮਾਗਮ 24 ਮਈ 2021 ਤੋਂ
2 ਜੁਲਾਈ 2021 ਤੱਕ। ਇੱਕ ਸਹਿਜ ਪਾਠ ਆਪ ਕੀਤਾ। ਸੁਖਮਣੀ ਸਾਹਿਬ ਜੀ ਦੇ 160 ਪਾਠ ਕੀਤੇ। ਗੁਰਦੁਆਰਾ ਏਕ ਓਂਕਾਰ ਆਸ਼ਰਮ ਠਾਠ ਨਾਨਕਸਰ ਸਿੰਘੜਾ ਸਾਹਿਬ ਕਰਨਾਲ ਵਿਖੇ ਸ਼ਬਦ ਸ਼ਬਦ ਤੇ ਸੰਪਟ ਪਾਠ ਜਪਜੀ ਸਾਹਿਬ ਸਮੇਤ ਅਖੰਡ ਜਾਪ 15/6/21 ਨੂੰ ਪ੍ਰਕਾਸ਼ ਕਰਕੇ 21/6/21 ਨੂੰ ਭੋਗ ਪਿਆ। ਨਾਲ ਹੀ 21/6/21 ਤੋਂ 23/6/21 ਤੱਕ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਹ ਜਾਪ ਸੇਵਾ ਭੇਜ ਕੇ ਕਰਵਾਏ ਗਏ। ਡੇਰਾ ਰੂਮੀ ਪੁੱਚੋ ਕਲਾਂ ਦੀ ਪਾਕਾ ਠਾਠ ਵਿਖੇ ਤੁਕ ਤੁਕ ਤੇ ਸੰਪਟ ਲਗਾ ਕੇ ਮਹਾ ਸੰਪਟ ਪਾਠ ਸੇਵਾ ਭੇਜ ਕੇ ਕਰਵਾਇਆ, ਜੋ ਕਿ 5/6/21 ਤੋਂ ਆਰੰਭ ਕਰਕੇ 25/6/21 ਨੂੰ ਭੋਗ ਪਾਏ ਗਏ। ਗੁਰਦੁਆਰਾ ਦੂਸਰਾ ਜਾਪ ਸਮਾਗਮ 8 ਜੁਲਾਈ 2021 ਤੋਂ 16 ਅਗਸਤ 2021 ਤੱਕ। ਇੱਕ ਸਹਿਜ ਪਾਠ ਆਪ ਕੀਤਾ। ਸੁਖਮਣੀ ਸਾਹਿਬ ਜੀ ਦੇ 160 ਪਾਠ ਕੀਤੇ। ਗੁਰਦੁਆਰਾ ਏਕ ਓਂਕਾਰ ਆਸ਼ਰਮ ਠਾਠ ਨਾਨਕਸਰ ਸਿੰਘੜਾ ਸਾਹਿਬ ਕਰਨਾਲ ਵਿਖੇ ਸ਼ਬਦ ਸ਼ਬਦ ਤੇ ਸੰਪਟ ਪਾਠ ਜਪਜੀ ਸਾਹਿਬ ਸਮੇਤ ਅਖੰਡ ਜਾਪ 2/8/21 ਨੂੰ ਪ੍ਰਕਾਸ਼ ਕਰਕੇ 8/8/21 ਨੂੰ ਭੋਗ ਪਿਆ। ਨਾਲ ਹੀ 12/8/21 ਤੋਂ 14/8/21 ਤੱਕ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਹ ਜਾਪ ਸੇਵਾ ਭੇਜ ਕੇ ਕਰਵਾਏ ਗਏ। ਤੁਕ ਤੁਕ ਤੇ ਸੰਪਟ ਲਗਾ ਕੇ ਮਹਾ ਸੰਪਟ ਪਾਠ 19/7/21 ਨੂੰ ਆਰੰਭ ਕਰਕੇ 8/8/21 ਨੂੰ ਭੋਗ ਪਾਏ ਗਏ। ਇਹ ਸੰਪਟ ਪਾਠ ਡੇਰਾ ਰੂਮੀ ਸਾਹਿਬ ਵੱਲੋਂ ਹਜੂਰ ਸਾਹਿਬ ਵਿਖੇ ਕੀਤਾ ਗਿਆ। ਇਹ ਜਾਪ ਸੇਵਾ ਭੇਜ ਕੇ ਕਰਵਾਏ ਗਏ। ਤੀਸਰਾ ਜਾਪ ਸਮਾਗਮ 22 ਅਗਸਤ 21 ਤੋਂ 30 ਸਤੰਬਰ 21 ਤੱਕ। ਇੱਕ ਸਹਿਜ ਪਾਠ ਆਪ ਕੀਤਾ। ਸੁਖਮਣੀ ਸਾਹਿਬ ਦੇ 160 ਪਾਠ ਕੀਤੇ। ਗੁਰਦੁਆਰਾ ਏਕ ਓਂਕਾਰ ਆਸ਼ਰਮ ਠਾਠ ਨਾਨਕਸਰ ਸਿੰਘੜਾ ਸਾਹਿਬ ਕਰਨਾਲ ਵਿਖੇ ਸ਼ਬਦ ਸ਼ਬਦ ਤੇ ਸੰਪਟ ਪਾਠ ਜਪਜੀ ਸਾਹਿਬ ਸਮੇਤ ਅਖੰਡ ਜਾਪ 28/8/21 ਨੂੰ ਪ੍ਰਕਾਸ਼ ਕਰਕੇ 1/9/2021 ਨੂੰ ਭੋਗ ਪਿਆ। ਨਾਲ ਹੀ 5/9/21 ਤੋਂ 7/9/21 ਤੱਕ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਹ ਜਾਪ ਸੇਵਾ ਭੇਜ ਕੇ ਕਰਵਾਏ ਗਏ। ਤੁਕ ਤੁਕ ਤੇ ਸੰਪਟ ਲਗਾ ਕੇ ਮਹਾ ਸੰਪਟ ਪਾਠ 9/8/21 ਨੂੰ ਆਰੰਭ ਕਰਕੇ 29/8/21 ਨੂੰ ਭੋਗ ਪਾਏ ਗਏ। ਇਹ ਸੰਪਟ ਪਾਠ ਡੇਰਾ ਰੂਮੀ ਸਾਹਿਬ ਵੱਲੋਂ ਹਜੂਰ ਸਾਹਿਬ ਵਿਖੇ ਕੀਤਾ ਗਿਆ। ਇਹ ਜਾਪ ਸੇਵਾ ਭੇਜ ਕੇ ਕਰਵਾਏ ਗਏ। ਚੌਥਾ ਜਾਪ ਸਮਾਗਮ 1 ਅਕਤੂਬਰ 2021 ਤੋਂ 9 ਨਵੰਬਰ 2021 ਤੱਕ। ਇੱਕ ਸਹਿਜ ਪਾਠ ਆਪ ਕੀਤਾ। ਸੁਖਮਣੀ ਸਾਹਿਬ ਦੇ 160 ਪਾਠ ਕੀਤੇ। ਗੁਰਦੁਆਰਾ ਏਕ ਓਂਕਾਰ ਆਸ਼ਰਮ ਠਾਠ ਨਾਨਕਸਰ ਸਿੰਘੜਾ ਸਾਹਿਬ ਕਰਨਾਲ ਵਿਖੇ ਸ਼ਬਦ ਸ਼ਬਦ ਤੇ ਸੰਪਟ ਪਾਠ ਜਪਜੀ ਸਾਹਿਬ ਸਮੇਤ ਅਖੰਡ ਜਾਪ 8/10/21 ਨੂੰ ਪ੍ਰਕਾਸ਼ ਕਰਕੇ 14/10/21 ਨੂੰ ਭੋਗ ਪਿਆ। ਨਾਲ ਹੀ 15/10/21 ਤੋਂ 17/10/21 ਤੱਕ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਹ ਜਾਪ ਸੇਵਾ ਭੇਜ ਕੇ ਕਰਵਾਏ ਗਏ। ਤੁਕ ਤੁਕ ਤੇ ਸੰਪਟ ਲਗਾ ਕੇ ਮਹਾ ਸੰਪਟ ਪਾਠ 4/9/21 ਨੂੰ ਆਰੰਭ ਕਰਕੇ 25/9/21 ਨੂੰ ਭੋਗ ਪਾਏ ਗਏ। ਇਹ ਸੰਪਟ ਪਾਠ ਡੇਰਾ ਰੂਮੀ ਸਾਹਿਬ ਵੱਲੋਂ ਠਾਠ ਚੈਲ ਹਿਮਾਚਲ ਪ੍ਰਦੇਸ਼ ਵਿਖੇ ਕੀਤਾ ਗਿਆ। ਇਹ ਜਾਪ ਸੇਵਾ ਭੇਜ ਕੇ ਕਰਵਾਏ ਗਏ। ਪੰਜਵਾਂ ਜਾਪ ਸਮਾਗਮ 16 ਨਵੰਬਰ 21 ਤੋਂ 26 ਦਸੰਬਰ 21 ਤੱਕ। ਇੱਕ ਸਹਿਜ ਪਾਠ ਆਪ ਕੀਤਾ। ਸੁਖਮਣੀ ਸਾਹਿਬ ਜੀ ਦੇ 160 ਪਾਠ ਕੀਤੇ। ਗੁਰਦੁਆਰਾ ਏਕ ਓਂਕਾਰ ਆਸ਼ਰਮ ਠਾਠ ਨਾਨਕਸਰ ਸਿੰਘੜਾ ਸਾਹਿਬ ਕਰਨਾਲ ਵਿਖੇ ਸ਼ਬਦ ਸ਼ਬਦ ਤੇ ਸੰਪਟ ਪਾਠ ਜਪਜੀ ਸਾਹਿਬ ਸਮੇਤ ਅਖੰਡ ਜਾਪ 8/12/21 ਨੂੰ ਪ੍ਰਕਾਸ਼ ਕਰਕੇ 14/12/21 ਨੂੰ ਭੋਗ ਪਿਆ। ਨਾਲ ਹੀ 14/12/21 ਤੋਂ 16/12/21 ਤੱਕ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਹ ਜਾਪ ਸੇਵਾ ਭੇਜ ਕੇ ਕਰਵਾਏ ਗਏ। ਤੁਕ ਤੁਕ ਤੇ ਸੰਪਟ ਲਗਾ ਕੇ ਮਹਾ ਸੰਪਟ ਪਾਠ 19/10/21 ਨੂੰ ਆਰੰਭ ਕਰਕੇ 8/11/21 ਨੂੰ ਭੋਗ ਪਾਏ ਗਏ। ਇਹ ਸੰਪਟ ਪਾਠ ਡੇਰਾ ਰੂਮੀ ਸਾਹਿਬ ਵੱਲੋਂ ਔਡਾ ਨਾਗਨਾਥ ਨਿਗੋਲੀ ਮਹਾਰਾਸ਼ਟਰ ਵਿਖੇ ਕੀਤਾ ਗਿਆ। 6ਵਾਂ ਜਾਪ ਸਮਾਗਮ 5 ਜਨਵਰੀ 2022 ਤੋਂ 13 ਫਰਵਰੀ 2022 ਤੱਕ। ਇੱਕ ਸਹਿਜ ਪਾਠ ਆਪ ਕੀਤਾ।
ਸੁਖਮਣੀ ਸਾਹਿਬ ਜੀ ਦੇ 160 ਪਾਠ ਕੀਤੇ। ਗੁਰਦੁਆਰਾ ਏਕ ਓਂਕਾਰ ਆਸ਼ਰਮ ਠਾਠ ਨਾਨਕਸਰ ਸਿੰਘੜਾ ਸਾਹਿਬ ਕਰਨਾਲ ਵਿਖੇ ਸ਼ਬਦ ਸ਼ਬਦ ਤੇ ਸੰਪਟ ਪਾਠ ਜਪਜੀ ਸਾਹਿਬ ਸਮੇਤ ਅਖੰਡ ਜਾਪ 3-2-22 ਨੂੰ ਪ੍ਰਕਾਸ਼ ਕਰਕੇ 10-2-22 ਨੂੰ ਭੋਗ ਪਿਆ। ਨਾਲ ਹੀ 10-2-22 ਤੋਂ 12-2-22 ਤੱਕ ਅਖੰਡ ਪਾਠ ਸਾਹਿਬ ਜੀ ਦੇ ਪਾਠ ਕਰਾਏ ਗਏ। ਇਹ ਜਾਪ ਸੇਵਾ ਭੇਜ ਕੇ ਕਰਵਾਏ ਗਏ। ਗੁਰਦੁਆਰਾ ਸੰਤ ਆਸ਼ਰਮ ਈਸ਼ਰ ਭਵਨ ਛਾਹੜ ਸਾਹਿਬ ਵਿਖੇ ਮਾਘੀ ਵਾਲੇ ਦਿਨ 14 ਜਨਵਰੀ 2022 ਨੂੰ ਸ਼ੁਰੂ ਕਰਕੇ 13 ਫਰਵਰੀ 2022 ਤੱਕ 15 ਅਖੰਡ ਪਾਠਾਂ ਦੀ ਲੜੀ ਜਪਜੀ ਸਾਹਿਬ ਦੇ ਜਾਪ ਸਮੇਤ ਕੀਤੇ ਗਏ। ਇਹ ਜਾਪ ਸੇਵਾ ਭੇਜ ਕੇ ਕਰਵਾਏ ਗਏ। ਤੁਕ ਤੁਕ ਤੇ ਸੰਪਟ ਲਗਾ ਕੇ ਮਹਾ ਸੰਪਟ ਪਾਠ 14-1-22 ਨੂੰ ਆਰੰਭ ਕਰਕੇ 3-2-22 ਨੂੰ ਭੋਗ ਪਾਏ ਗਏ। ਇਹ ਸੰਪਟ ਪਾਠ ਡੇਰਾ ਰੂਮੀ ਸਾਹਿਬ ਵੱਲੋਂ ਕੀਤਾ ਗਿਆ। ਇਹ ਜਾਪ ਸੇਵਾ ਭੇਜ ਕੇ ਕਰਵਾਏ ਗਏ। ਉਪਰੋਕਤ ਬੰਦਗੀ 13 ਫਰਵਰੀ 2022 ਤੱਕ ਮਹਾਰਾਜ ਜੀ ਨੇ ਆਪ ਵਰਤ ਕੇ ਮੇਰਾ ਭਰਿਆ ਹੱਥ ਸਿਰ ਤੇ ਰੱਖ ਕੇ ਅਪਾਰ ਬਖਸ਼ਿਸ਼ਾਂ ਕਰਕੇ ਆਪ ਕਰਵਾਈ। ਆਉਣ ਵਾਲੇ ਸਮੇਂ ਵਿੱਚ ਇਸ ਸਰੀਰ ਦੀ ਰਹਿੰਦੀ ਆਰਜਾ ਤੱਕ ਜੋ ਹੁਕਮ ਪਰਮਾਤਮਾ ਵੱਲੋਂ ਹੋਏਗਾ ਅਤੇ ਆਪ ਵਰਤ ਕੇ ਕਰਵਾਉਣਾ ਚਾਹੁਣਗੇ ਉਹ ਪਰਮਾਤਮਾ ਜੀ ਆਪ ਕਰਵਾ ਲੈਣਗੇ। ਕਬੀਰ ਨਾ ਹਮ ਕੀਆ ਨਾ ਕरेंगे, ਨਾ ਕਰ ਸਕੇ ਸਰੀਰ ਕਿਆ ਜਾਨੋ ਕਿਛ ਹਰ ਕੀਆ। ਭਇਓ ਕਬੀਰ ਕਬੀਰ। ਬੇਨਤੀ ਭਾਈ ਸਾਹਿਬ ਜੀ ਦੀ ਸੰਗਤ ਸਮੇਂ-ਸਮੇਂ ਤੇ ਹੁੰਦੀ ਰਹਿੰਦੀ ਹੈ। ਉਸ ਸਮੇਂ ਭਾਈ ਸਾਹਿਬ ਜੀ ਜੋ ਬਚਨ ਸੁਣਾਉਂਦੇ ਹਨ ਉਹਨਾਂ ਅਨੁਸਾਰ ਕੁਝ ਦਰਜ ਕਰਨ ਦਾ ਯਤਨ ਉਪਰਾਲਾ ਕੀਤਾ ਗਿਆ ਹੈ। ਕਿਸੇ ਬੰਦਗੀ ਵਾਲੀ ਰੂਹ ਵਾਲੇ ਸੰਪੂਰਨ ਬਿਆਨ ਕਰਨਾ, ਕਿਸੇ ਬੰਦਗੀ ਵਾਲੀ ਰੂਹ ਬਾਰੇ ਸੰਪੂਰਨ ਬਿਆਨ ਕਰਨਾ ਨਾਮੁਮਕਿਨ ਹੈ, ਪਰ ਇਹ ਯਤਨ ਸਿਰਫ ਇਸ ਕਰਕੇ ਕੀਤਾ ਹੈ ਤਾਂ ਕਿ ਕੋਈ ਜਗਿਆਸੂ ਲਾਭ ਪ੍ਰਾਪਤ ਕਰ ਸਕੇ। ਬੰਦਗੀ ਕਰਨ ਦੀ ਯੁਗਤੀ ਸਖਤ ਮਿਹਨਤ ਅਤੇ ਲਗਨ ਅਤੇ ਭੇਦ ਜਾਣ ਸਕੇ, ਲਾਹਾ ਪ੍ਰਾਪਤ ਕਰ ਸਕੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਗੁਰਮੇਲ ਸਿੰਘ ਢਾਲੀਵਾਲ ਪਿੰਡ ਜਲਵਾਣਾ, ਹਾਲ ਆਬਾਦ ਸਰੀ BC ਕੈਨੇਡਾ। ਮਨੁੱਖਤਾ ਦੇ ਰਹਿਬਰ ਗੁਰੂ ਨਾਨਕ ਸਾਹਿਬ ਜੀ। ਗੁਰੂ ਨਾਨਕ ਸਾਹਿਬ ਜੀ ਤੋਂ ਸ਼ੁਰੂ ਹੋ ਕੇ 10ਵੇਂ ਜਾਮੇ ਤੱਕ ਪੰਜ ਭੂਤਕ ਸਰੀਰ ਵਿੱਚ ਵਿਚਰ ਕੇ ਸਮੁੱਚੀ ਮਨੁੱਖਤਾ ਨੂੰ ਸਰਬ ਸਾਂਝੀਵਾਲਤਾ ਅਤੇ ਸੱਚਾ ਸੁੱਚਾ ਜੀਵਨ ਜਿਉਣ ਦਾ ਸੁਨੇਹਾ ਦਿੱਤਾ। ਇਸ ਉਪਦੇਸ਼ ਨੂੰ ਰਹਿੰਦੀ ਦੁਨੀਆ ਤੱਕ ਰਸਤਾ ਵਿਖਾਉਣ ਲਈ 11ਵੇਂ ਸਰੂਪ ਭਾਵ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਕੀਰਤੀਮਾਨ ਕੀਤਾ। ਰਹਿੰਦੀ ਦੁਨੀਆ ਤੱਕ ਸਿੱਧਾ ਪੱਧਰਾ ਰਸਤਾ ਵਿਖਾਉਣ ਲਈ ਚਾਨਣ ਮਨਾਰਾ ਸਥਾਪਿਤ ਕਰ ਦਿੱਤਾ। ਗੁਰੂ ਨਾਨਕ ਸਾਹਿਬ ਜੀ ਦਾ ਕਿਸੇ ਇੱਕ ਫਿਰਕੇ ਜਾਂ ਇੱਕ ਦੇਸ਼ ਨਾਲ ਵਾਸਤਾ ਨਹੀਂ ਹੈ। ਉਹ ਸਮੁੱਚੀ ਮਨੁੱਖਤਾ ਦੇ ਰਹਿਬਰ ਹਨ। ਸਭ ਕੁਝ ਦੀ ਪੈਦਾਇਸ਼ ਇੱਕ ਤੋਂ ਹੋਈ ਹੈ ਤਾਂ ਫਰਕ ਕਿਵੇਂ ਹੋ ਸਕਦਾ ਹੈ? ਉੱਚਾ ਨੀਵਾਂ ਅਤੇ ਚੰਗਾ ਮਾੜਾ ਕਿਵੇਂ ਹੋ ਸਕਦਾ ਹੈ? ਗੁਰਬਾਣੀ ਰਾਹੀਂ ਸਰਬ ਸਾਂਝਾ ਉਪਦੇਸ਼ ਦਿੱਤਾ। ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ। ਸਭਨਾਂ ਵਿੱਚ ਇੱਕੋ ਜੋਤ ਵਰਤ ਰਹੀ ਹੈ ਅਤੇ ਇੱਕ ਹੀ ਜੀਵਨ ਰੌਂ ਚੱਲ ਰਹੀ ਹੈ ਤਾਂ ਫਰਕ ਕਿਵੇਂ ਹੋ ਸਕਦਾ ਹੈ? ਜੀਵਨ ਦਾ ਆਧਾਰ ਆਸਰਾ ਇੱਕ ਹੀ ਹੈ ਤਾਂ ਬਖਰੇਵੇਂ ਕਿਵੇਂ ਹੋ ਸਕਦੇ ਹਨ? ਮਹਾਰਾਜ ਜੀ ਦੇ ਵਚਨ ਹਨ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚੰਨ ਸਭ ਮੈਂ ਚਾਨਣ ਹੋਏ। ਸਾਰੀ ਸ੍ਰਿਸ਼ਟੀ ਦਾ ਮੂਲ ਇੱਕ ਹੀ ਹੈ। ਸਾਰੇ ਇੱਕ ਤੋਂ ਹੀ ਪੈਦਾ ਹੋਏ ਹਨ। ਇੱਕ ਹੀ ਸਭਨਾਂ ਦਾ ਪ੍ਰਤੀਪਾਲਣਾ ਕਰਦਾ ਹੈ। ਸਾਰੀ ਦੀ ਸਾਰੀ ਮਨੁੱਖਤਾ ਮਹਾਰਾਜ ਜੀ ਦੇ ਬੱਚੇ ਹਨ। ਆਪਾਂ ਸਾਰਿਆਂ ਦਾ ਜੋ ਗੁਰੂ ਨਾਨਕ ਸਾਹਿਬ ਜੀ ਪੈਰੋਕਾਰ ਅਖਵਾਉਂਦੇ ਹਾਂ, ਗੁਰੂ ਨਾਨਕ ਸਾਹਿਬ ਜੀ ਦੇ ਪੈਰੋਕਾਰ ਅਖਵਾਉਂਦੇ ਹਾਂ, ਆਪਣਾ ਫਰਜ਼ ਬਣਦਾ ਹੈ ਕਿ ਆਪਾਂ ਸਮੁੱਚੀ ਮਨੁੱਖਤਾ ਨੂੰ ਬਿਨਾਂ ਕਿਸੇ ਭੇਦਭਾਵ ਦੇ ਦਿਲੋਂ ਪਿਆਰ ਕਰੀਏ। ਆਓ ਮਹਾਰਾਜ ਜੀ ਦਾ ਪਿਆਰ ਅਤੇ ਸਾਂਝੀਵਾਲਤਾ ਦਾ ਸੰਦੇਸ਼ ਸਾਰੇ ਜਗਤ ਵਿੱਚ ਵੰਡਣ ਅਤੇ ਫੈਲਾਉਣ ਵਿੱਚ ਹਿੱਸਾ ਪਾਈਏ। ਸਮਾਂ ਆ ਗਿਆ ਹੈ, ਇਹ ਹੋਣਾ ਹੀ ਹੋਣਾ ਹੈ। ਮਹਾਰਾਜ ਜੀ ਦੇ ਵਚਨ ਹਨ, ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ, ਪ੍ਰਗਟ ਪਈ ਸਗਲੇ ਯੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਭੁੱਲਾਂ ਗਲਤੀਆਂ ਦੀ ਮੁਆਫੀ ਬਖਸ਼ ਦੇਣੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਪਰੋਕਤ ਸਾਰਾ ਹਾਲ ਵਰਣਨ ਜੋ ਬਾਬਾ ਜੀ ਆਪਣੀ ਭਗਤੀ ਦਾ ਦੱਸਦੇ ਹਨ, ਇਸ ਸਾਰੇ ਦਾ
ਇਸ ਕਿਤਾਬ ਵਿੱਚ ਜੋ ਕਲਮਬੰਦ ਕੀਤਾ ਇਹ ਸਰਦਾਰ ਗੁਰਮੇਲ ਸਿੰਘ ਜੀ ਢਾਲੀਵਾਲ, ਪਿੰਡ ਜਲਵਾਣਾ, ਹਾਲਵਾਦ, ਸਰੀ, BC ਕੈਨੇਡਾ ਵਾਲਿਆਂ ਨੇ ਆਪਣੀ ਕਲਮ ਨਾਲ ਕੀਤਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।